देश दुनिया च वसदे पंजाबियों ਨੂੰ ਜੀ ਆਇਆਂ। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सीनियर जर्नलिस्ट मनप्रीत रंधावा। मनप्रीत जी, जी आया। ਧੰਨਵਾਦ ਰੰਧਾਵਾ ਜੀ। ਤਿੰਨ ਟੈਕਨੀਕਲ ਨੁਕਤਿਆਂ ਤੇ ਗੱਲ ਕਰਾਂਗੇ, ਤਿੰਨੋਂ ਹੀ ਬਹੁਤ ਅਹਿਮ ਆ। ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਵੱਲੋਂ ਡਰੱਗਸ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੇ ਵਾਇਆ ਡੀਜੀਪੀ ਸਾਧਿਆ ਗਿਆ ਨਿਸ਼ਾਨਾ। ਕੀ ਕੈਪਟਨ ਅਮਰਿੰਦਰ ਸਿੰਘ ਇਹਦੇ ਤੇ ਕੋਈ ਜਵਾਬ ਦੇਣਗੇ ਜਾਂ ਕਾਰਵਾਈ ਕਰਨਗੇ, ਜਾਂ ਤਾਂ ਉਹ ਇਹਨੂੰ ਮੰਨ ਲੈਣ ਕਿ ਇਹ ਠੀਕ ਮਸਲਾ, ਇਹਦੀ ਇਨਵੈਸਟੀਗੇਸ਼ਨ ਸਮਾਂਬੱਧ ਸੀਮਾ 'ਚ ਹੋਣੀ ਚਾਹੀਦੀ ਆ ਵਿਦਨ ਮੰਥ, ਜਾਂ ਉਹ ਇਹਨੂੰ ਡਿਨਾਈ ਕਰਨ ਕਿ ਸਿੱਧੂ ਝੂਠ ਬੋਲਦਾ ਹੈ। ਉਹ ਜਿਹੜੇ ਦਸਤਾਵੇਜ਼ ਜਾਂ ਜਿਹੜੀਆਂ ਰਿਪੋਰਟਾਂ ਦਾ ਜ਼ਿਕਰ ਹੋਇਆ ਉਹਨੂੰ ਡਿਨਾਈ ਕਰਨ ਬਤੌਰ ਹੈਡ, ਉਹ ਸਟੇਟ ਦੇ ਸੰਵਿਧਾਨਕ ਮੁਖੀ ਹੋਣ ਦੇ ਨਾਤੇ, ਜਾਂ ਇਹਦੇ ਤੇ ਇਨਵੈਸਟੀਗੇਸ਼ਨ ਲਈ ਅੱਗੇ ਵਧਣ ਜਾਂ ਉਹ ਇਹਨੂੰ ਰੱਦ ਕਰਨ। ਇਹ ਵੱਡਾ ਸਵਾਲ ਆ। ਮਨਪ੍ਰੀਤ ਜੀ ਨਾਲ ਅੱਗੇ ਵਧਾਵਾਂਗੇ ਕਿ ਕਿਹੜੇ ਨੁਕਤੇ ਜਿਨ੍ਹਾਂ ਦੇ ਉੱਤੇ ਗੱਲ ਕਰਨੀ ਬਣਦੀ ਆ। ਦੂਜਾ ਅਹਿਮ ਸਵਾਲ, ਸਾਡੇ ਕੋਲ ਪੁਖਤਾ ਸਰੋਤ ਜਾਣਕਾਰੀ ਦੇ ਰਿਹਾ ਕਿ ਜਦੋਂ 3 ਮੈਂਬਰੀ ਪੈਨਲ ਨੇ ਕਾਂਗਰਸੀਆਂ ਨੂੰ ਸੁਣਿਆ ਤਾਂ 44 ਵਿਧਾਇਕਾਂ ਨੇ 16 ਮੰਤਰੀਆਂ ਦੇ ਖਿਲਾਫ ਜ਼ਹਿਰ ਉਗਲਿਆ। ਕੀ ਕੈਪਟਨ ਅਮਰਿੰਦਰ ਸਿੰਘ ਦੋਸ਼ੀ ਵਜੋਂ ਜਦੋਂ ਗਾਂਧੀ ਪਰਿਵਾਰ ਤੇ ਉਹਨਾਂ ਘੇਰਿਆਂ 'ਚ ਕਟਹਿਰੇ 'ਚ ਲਿਆਂਦੇ ਗਏ, 16 ਮੰਤਰੀਆਂ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਉੱਠਦਾ ਰਿਹਾ। ਕੈਪਟਨ ਅਮਰਿੰਦਰ ਸਿੰਘ ਗੈਰ ਰਸਮੀ ਗੱਲਬਾਤ ਦੇ ਵਿੱਚ ਕਈ ਵਾਰੀ ਕਹਿ ਚੁੱਕਿਆ ਕਿ ਮੈਂ ਮੰਤਰੀਆਂ ਦੇ ਕੰਮਾਂ 'ਚ ਕਦੇ ਦਖਲ ਨਹੀਂ ਦਿੱਤਾ। ਕੀ ਮੰਤਰੀ ਸਪਸ਼ਟ ਕਰਨਗੇ ਕਿ 44 ਵਿਧਾਇਕਾਂ ਵੱਲੋਂ ਇਹ ਕਿਹਾ ਜਾਣਾ ਕਿ ਮੰਤਰੀ ਸਾਡੀ ਗੱਲ ਨਹੀਂ ਸੁਣਦੇ? ਔਰ ਦੂਜੇ ਪਹਿਲੂ ਕਿ ਕੀ 16 ਮੰਤਰੀਆਂ ਨੇ ਆਪਣੇ ਵਿਭਾਗਾਂ 'ਚ ਬਿਹਤਰ ਕਾਰਗੁਜ਼ਾਰੀ ਦਿਖਾਈ? ਜੇ 4.5 ਸਾਲ ਉਹਨਾਂ ਨੇ ਕੰਮ ਨਹੀਂ ਕੀਤਾ, ਉਹਦੀ ਜ਼ਿੰਮੇਵਾਰੀ ਉਹਨਾਂ ਤੇ ਤੈਅ ਹੋਣੀ ਬਣਦੀ ਆ ਕਿ ਨਹੀਂ? ਤੇ ਤੀਜਾ ਸਵਾਲ, ਇੱਕ ਅਹਿਮ ਸਰੋਤ, ਇੱਕ ਅਹਿਮ ਵੱਡੇ ਬੰਦੇ ਨੇ ਮੇਰੇ ਕੋਲ ਸਵਾਲ ਪੁੱਛਿਆ ਕਿ ਤੁਸੀਂ ਡੀ ਟਰੈਕ ਹੋ ਜਾਂਦੇ ਹੋ। ਸਵਾਲ ਇਹ ਸੀਗਾ ਕਿ ਕੀ ਬੇਅਦਬੀ ਮਾਮਲਿਆਂ 'ਚ ਜੇ ਹੁਣ ਵਾਲੀ SIT ਏਡੀ ਤੇਜ਼ੀ ਨਾਲ ਕੰਮ ਕਰ ਰਹੀ ਆ ਤਾਂ ਕੀ ਕੁੰਵਰ ਵਿਜੇ ਪ੍ਰਤਾਪ ਵੱਲੋਂ ਇਸ ਕੇਸ ਨੂੰ ਇੰਨੇ ਦੇਰ ਤੱਕ ਇੱਥੋਂ ਤੱਕ ਲਿਆਂਦਾ ਜਾਣਾ? ਕੀ ਇਹ ਮੈਚ ਕੇਜਰੀਵਾਲ ਨਾਲ ਫਿਕਸ ਸੀ? ਜਦੋਂ ਅਕਾਲੀ ਤਾਂ ਘੇਰੇ 'ਚ ਹੈਗੇ ਹੀ ਨੇ, ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਕੈਰੀਅਰ ਦਾਅ ਤੇ ਲੱਗ ਗਿਆ। ਜੇ ਫਾਇਦਾ ਹੋ ਰਿਹਾ ਤਾਂ ਸਿਰਫ ਕੇਜਰੀਵਾਲ ਨੂੰ ਬੇਅਦਬੀ ਮਾਮਲਿਆਂ ਦਾ ਹੋ ਰਿਹਾ। ਕੀ ਇਹ ਮੈਚ ਫਿਕਸ ਸੀ ਕਿ ਕੁੰਵਰ ਵਿਜੇ ਪ੍ਰਤਾਪ ਇਸ ਮਾਮਲੇ ਨੂੰ ਇੱਥੋਂ ਤੱਕ ਖਿੱਚ ਕੇ ਲਿਆਏ? ਕਿ ਇਹ ਕਨਸਪੀਰੇਸੀ ਸੀ, ਸਾਜ਼ਿਸ਼ ਸੀਗੀ? ਮਨਪ੍ਰੀਤ ਜੀ, 3 ਸਵਾਲ ਨੇ। ਮੈਨੂੰ ਸ਼ੁਰੂ ਇੱਥੋਂ ਕਰਨਾ ਹੈ। ਮੈਨੂੰ ਇਹ ਜ਼ਰੂਰ ਦੱਸੋ ਕਿ ਸਿੱਧੂ ਦਾ ਵੱਡਾ ਬਾਉਂਸਰ ਜਿਹੜਾ ਇਹਦੇ ਉੱਤੇ ਹੁਣ ਕੈਪਟਨ ਅਮਰਿੰਦਰ ਸਿੰਘ ਜਾਂ ਹਾਂ ਕਰਨ ਜਾਂ ਨਾ ਕਰਨ, ਜਾਂ ਪੰਜਾਬ ਨੂੰ ਇਨਸਾਫ ਦੇਣ, ਨਸ਼ਿਆਂ ਦੇ ਮੁੱਦੇ ਤੇ ਈਗੋ ਨਾ ਬਣਾਉਣ ਕਿ ਇਹ ਸਿੱਧੂ ਨੇ ਮਸਲਾ ਉਠਾਇਆ, ਜੇ ਮੈਂ ਹੱਲ ਕੀਤਾ ਸਿੱਧੂ ਦੇ ਕੋਲ ਕ੍ਰੈਡਿਟ ਜਾਊਗਾ। ਮੈਨੂੰ ਲੱਗਦਾ ਪੰਜਾਬੀਆਂ ਦੇ ਸੀਨੇ 'ਚ ਚੀਸ ਉੱਠਦੀ ਆ ਜਦੋਂ ਹਜ਼ਾਰਾਂ ਲੋਕ ਕਤਲ ਹੋਏ, ਹਜ਼ਾਰਾਂ ਲੋਕ ਮਰੇ ਨਸ਼ੇ ਨਾਲ। ਕੀ ਕਹਿੰਦੇ ਹੋ? ਰੰਧਾਵਾ ਜੀ, ਤੁਹਾਡੀ ਗੱਲ ਬਿਲਕੁਲ ਠੀਕ ਆ। ਨਵਜੋਤ ਸਿੰਘ ਸਿੱਧੂ ਹਮੇਸ਼ਾ ਤੋਂ ਹੀ, ਜਦੋਂ ਤੋਂ ਉਹ ਇਸ ਪਾਰਟੀ ਦੇ ਵਿੱਚ ਆਏ ਤੇ ਬਾਅਦ ਦੇ ਵਿੱਚ ਜਦੋਂ ਕਾਂਗਰਸ ਦੇ ਵਿੱਚ ਆ ਕੇ ਉਹਨਾਂ ਨੂੰ ਮੰਤਰੀ ਬਣਾਇਆ ਗਿਆ, ਤੇ ਉਹਨਾਂ ਦੇ ਹਮੇਸ਼ਾ ਭਾਸ਼ਣਾਂ ਦੇ ਵਿੱਚ ਇਹ ਮੁੱਦੇ ਜਿਹੜੇ ਆ ਉਹ ਬਹੁਤ ਜ਼ਿਆਦਾ ਉੱਭਰਦੇ ਰਹੇ। ਉਸ ਤੋਂ ਬਾਅਦ ਜਦੋਂ ਮੰਤਰੀ ਬਣਦੇ ਆ ਤੇ ਤੁਹਾਨੂੰ ਪਤਾ ਹੋਣਾ, ਕੈਬਨਿਟ ਦੀਆਂ ਮੀਟਿੰਗਾਂ ਦੇ ਵਿੱਚ ਉਹ ਫਾਈਲਾਂ ਵੀ ਲੈ ਕੇ ਜਾਂਦੇ ਰਹੇ ਤੇ ਖਾਸ ਮੁੱਦਿਆਂ ਤੇ, ਜਿਵੇਂ ਡਰੱਗ ਦਾ ਮਸਲਾ ਤੁਸੀਂ ਕਹਿੰਦੇ ਹੋ, ਇਹ ਉਹਨਾਂ 'ਚ ਬੜਾ ਇੱਕ ਅਹਿਮ ਮੁੱਦਾ ਸੀ। ਉਸ ਤੋਂ ਬਾਅਦ ਬੇਅਦਬੀ ਦੇ ਜਿਹੜੇ ਮਸਲੇ ਸੀ ਉਹ ਤਾਂ ਸੀ। ਹੁਣ ਤੁਹਾਨੂੰ ਮੈਂ ਇੱਥੇ ਗੱਲ ਦੱਸਦਾ ਕਿ ਡਰੱਗ ਦਾ ਮਸਲਾ ਜਿਹੜਾ ਸਿੱਧੂ ਹੋਣਾ ਨੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਘੇਰਿਆ, ਥੋੜਾ ਯਾਦ ਕਰੋ, ਅੰਮ੍ਰਿਤਸਰ ਤੋਂ ਕੈਪਟਨ ਅਮਰਿੰਦਰ ਸਿੰਘ ਇੱਥੋਂ MP ਸੀ ਤੇ ਉਦੋਂ ਬਿਕਰਮ ਸਿੰਘ ਮਜੀਠੀਆ ਹੋਣਾ ਤੇ ਬੜੇ ਦੋਸ਼ ਲੱਗ ਰਹੇ ਸੀ ਤੇ ਸਾਰੇ ਜਿਹੜੀ ਪੋਲੀਟੀਕਲ ਪਾਰਟੀ ਸੀ, ਖਾਸ ਤੌਰ ਤੇ ਜਿਹੜੀ ਉਹਨਾਂ ਦੇ ਵਿਰੋਧੀ ਪਾਰਟੀ ਸੀ ਜਾਂ ਜਿਹੜੇ ਲੋਕ ਸੀ, ਜਦੋਂ ਜਗਦੀਸ਼ ਭੋਲੇ ਹੋਣਾ ਦਾ ਬਿਆਨ ਆਇਆ ਸੀ ਤੇ ਇਹ ਚਰਚਾਵਾਂ ਚੱਲ ਪਈਆਂ ਸੀ ਤੇ ਜ਼ੋਰ ਪੈਣ ਲੱਗ ਗਿਆ ਸੀ ਕਿ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ, ਔਰ ਕਾਰਵਾਈ ਇਸ ਤਰ੍ਹਾਂ ਦੀ ਹੋਵੇ ਤਾਂ ਕਿ ਇੱਕ ਜਾਂਚ ਬਿਠਾਈ ਜਾਵੇ, ਜਾਂਚ ਬਿਠਾ ਕੇ ਸਾਰਾ ਕੁਝ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ। ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ CBI ਪ੍ਰੋਬ ਦੀ ਗੱਲ ਕੀਤੀ ਜਾਂਦੀ ਸੀ ਤੇ ਉਹ ਅਕਸਰ ਕਹਿ ਦਿੰਦੇ ਸੀ ਕਿ ਨਹੀਂ, CBI ਪ੍ਰੋਬ ਨਹੀਂ ਕਰਾਉਣੀ। ਤੇ ਉਹਨਾਂ ਨੂੰ ਪੁੱਛਿਆ ਕਿ ਕਿਹੜੀ ਪ੍ਰੋਬ ਕਰਾਉਣੀ ਹੈ, ਤੁਸੀਂ ਕਿਹੜੀ ਜਾਂਚ ਕਰਾਉਣੀ ਹੈ, ਕੋਈ ਤਾਂ ਇਨਵੈਸਟੀਗੇਸ਼ਨ ਕਰਵਾਓਗੇ? ਤੇ ਉਹ ਜਵਾਬ ਦਿੰਦੇ ਸੀ ਕਿ ਪੰਜਾਬ ਪੁਲਿਸ ਤੇ ਮੈਨੂੰ ਬੜਾ ਭਰੋਸਾ, ਪੰਜਾਬ ਪੁਲਿਸ ਦੀ ਜਾਂਚ ਕਰਾਓ। ਉਹਨਾਂ ਦਾ ਤਰਕ ਇਹ ਸੀ ਕਿ ਜੇ CBI ਨੂੰ ਪ੍ਰੋਬ ਦੇ ਦਿੱਤੀ ਤੇ CBI ਤੇ ਨੂੰ ਪ੍ਰੋਬ ਦੇਣ ਦਾ ਮਤਲਬ ਜਾਂ ਉਹਨਾਂ ਨੂੰ ਜਾਂਚ ਦੇਣ ਦਾ ਮਤਲਬ ਇਹ ਹੁੰਦਾ ਕਿ ਕੇਸ ਨੂੰ ਹਮੇਸ਼ਾ ਲਈ ਦਫਨ ਕਰ ਦਿਓ, ਕੇਸ ਨੂੰ ਹਮੇਸ਼ਾ ਲਈ ਤੁਸੀਂ ਉੱਤੇ ਮਿੱਟੀ ਪਾ ਦਿਓ, ਉੱਤੇ ਕੁਝ ਨਹੀਂ ਹੋਣਾ। ਹਾਲਾਂਕਿ
ਉਹਨਾਂ ਦੀ ਇਸ ਗੱਲ 'ਚ ਕਿਤੇ ਨਾ ਕਿਤੇ ਥੋੜੀ ਬਹੁਤੀ ਸੱਚਾਈ ਵੀ ਹੈ, ਕਿਉਂਕਿ ਬਹੁਤ ਸਾਰੇ ਇਹੋ ਜਿਹੇ ਕੇਸ ਸੀਬੀਆਈ ਕੋਲੇ ਜਾਂਦੇ ਨੇ ਜਿਨ੍ਹਾਂ ਦਾ ਬਾਅਦ ਦੇ ਵਿੱਚ ਕੁਝ ਪਤਾ ਹੀ ਨਹੀਂ ਲੱਗਦਾ। ਹੁਣ ਉਹਨੇ ਆਪਾਂ ਇਸੇ ਮੁੱਦੇ ਦੀ ਗੱਲ ਦੇਖੋ, ਇਹ ਸ਼ੁਰੂ ਤੋਂ ਹੀ ਜਦੋਂ ਇਹ ਗੱਲ ਸਾਰਿਆਂ ਨੂੰ ਬਹੁਤ ਅਖਰਦੀ ਸੀ, ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਵਿਰੋਧੀ ਧਿਰ ਦੇ ਵਿੱਚ ਹੋ ਕੇ ਜਾਂ ਵਿਰੋਧੀ ਧਿਰ ਦੇ ਨੇਤਾ ਹੋ ਕੇ ਇਹ ਗੱਲ ਕਹਿ ਰਿਹਾ, ਤੇ ਸ਼ਾਇਦ ਉਹਨਾਂ ਦੀ ਗੱਲ ਦੇ ਵਿੱਚ ਵਜ਼ਨ ਹੋਊਗਾ। ਕਿਉਂਕਿ ਮੈਂ ਖੁਦ ਕੈਪਟਨ ਅਮਰਿੰਦਰ ਸਿੰਘ ਤੋਂ ਇਹ ਕਈ ਵਾਰੀ ਪ੍ਰੈਸ ਕਾਨਫਰੰਸਾਂ ਦੇ ਵਿੱਚ ਜਾਂ ਆਮ ਤੌਰ ਤੇ ਸਵਾਲ ਕੀਤੇ ਆ। ਇਨਫੈਕਟ ਜਦੋਂ ਉਹ ਦਿੱਲੀ ਰਹਿੰਦੇ ਹੁੰਦੇ ਸੀ ਤੇ ਮੈਂ ਉਹਨਾਂ ਨੂੰ ਉੱਥੇ ਇੰਟਰਵਿਊ ਵੀ ਕਰਨ ਗਿਆ ਸੀਗਾ, ਉੱਥੇ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਜਿਹੜਾ ਹੈ ਪੰਜਾਬ ਪੁਲਿਸ ਚਾਹੁੰਦਾ ਕਿ ਉਹ ਜਿਹੜਾ ਹੈ ਜਾਂਚ ਕਰੇ। ਦੇਖੋ, ਉਦੋਂ ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ ਨੂੰ ਇਗਨੋਰ ਕਰਤਾ ਜਾਂ ਇਸ ਚੀਜ਼ ਨੂੰ ਅੱਖੋਂ ਪਰੋਲੇ ਕਰਤਾ ਵੀ ਇਹ ਕਿਉਂ ਚਾਹੁੰਦੇ ਨੇ। ਅੱਜ ਉਹਨਾਂ ਚੀਜ਼ਾਂ ਦੇ ਮਤਲਬ ਨਿਕਲਦੇ ਆ, ਅੱਜ ਉਹ ਚੀਜ਼ਾਂ ਜਿਹੜੀਆਂ ਉੱਭਰ ਕੇ ਸਾਹਮਣੇ ਆ ਰਹੀਆਂ ਲੋਕਾਂ ਦੇ ਕਿ ਇਹ ਕੀ ਹੋਇਆ, ਕਿਉਂ ਨਹੀਂ ਸੀ ਉਹ ਚਾਹੁੰਦੇ, ਕਿਉਂ ਜੇ ਉਦੋਂ ਉਸ ਟਾਈਮ ਜਿਹੜੀ ਸੀਬੀਆਈ ਪ੍ਰੋਬ ਚੱਲੀ ਜਾਂਦੀ ਤੇ ਪਤਾ ਲੱਗਦਾ। ਹਾਲਾਂਕਿ ਚਾਹੇ ਇਹਦੇ ਵਿੱਚ ਕੋਈ ਵੀ ਦੋਸ਼ੀ ਨਾ ਪਾਇਆ ਜਾਂਦਾ, ਇਹ ਕੋਈ ਜ਼ਰੂਰੀ ਨਹੀਂ ਹੈ ਕਿ ਉਹਨਾਂ ਤੇ, ਲੇਕਿਨ ਕਮ ਸੇ ਕਮ ਲੋਕਾਂ ਨੂੰ ਇਹ ਪਤਾ ਲੱਗਦਾ ਕਿ ਇਹਦੇ ਵਿੱਚ ਕੌਣ ਦੋਸ਼ੀ ਹੈ। ਜਿਸ ਤਰ੍ਹਾਂ ਤੁਸੀਂ ਆਪ ਦੱਸਿਆ, ਕਿੰਨੇ ਨੌਜਵਾਨ ਜਾਂ ਕਿੰਨੇ ਲੋਕ ਪੰਜਾਬ ਦੇ ਨਸ਼ਿਆਂ ਦੀ ਭੇਂਟ ਚੜ ਗਏ ਔਰ ਹਜੇ ਵੀ ਅੱਜ ਵੀ ਉਹ ਚੜ ਰਹੇ ਨੇ। ਅੱਗੋਂ ਆ ਗਈ ਨਵਜੋਤ ਸਿੰਘ ਸਿੱਧੂ ਦੀ ਗੱਲ, ਬਿਲਕੁਲ ਠੀਕ ਆ, ਕਿਸੇ ਨਾ ਕਿਸੇ ਨੇ ਇਹ ਮਸਲੇ ਚੱਕਣੇ ਸੀ ਤੇ ਇਹ ਨਵਜੋਤ ਸਿੰਘ ਸਿੱਧੂ ਹੋਣਾ ਨੇ ਚੱਕੇ, ਕਿਉਂਕਿ ਪੰਜਾਬ ਦੇ ਲੋਕਾਂ ਦਾ ਇਹ ਬਹੁਤ ਵੱਡਾ ਮਸਲਾ। ਤੁਸੀਂ ਦੇਖੋ ਰੰਧਾਵਾ ਜੀ, ਕਿੰਨੇ ਪਰਿਵਾਰ ਪੰਜਾਬ ਦੇ ਆਪਣੇ ਬੱਚਿਆਂ ਨੂੰ ਬਾਹਰ ਇਸ ਕਰਕੇ ਭੇਜ ਦਿੰਦੇ ਆ ਕਿ ਕਿਤੇ ਉਹ ਨਸ਼ਿਆਂ ਦੇ ਵਿੱਚ ਨਾ ਫਸ ਜਾਣ, ਕਿਤੇ ਉਹ ਡਰੱਗਸ ਦੇ ਵਿੱਚ ਫਸ ਕੇ ਜਾਂ ਹੋਰ ਇਹੋ ਜਿਹੇ ਮਾੜੇ ਕੰਮਾਂ 'ਚ ਪੈ ਕੇ ਕਿਤੇ ਉਹਨਾਂ ਦਾ ਭਵਿੱਖ ਖਰਾਬ ਨਾ ਹੋ ਜੇ। ਇਸੇ ਕਰਕੇ ਉਹਨਾਂ ਨੂੰ ਕਰਜ਼ੇ ਚੁੱਕ ਕੇ, ਜ਼ਮੀਨਾਂ ਵੇਚ ਕੇ ਜਾਂ ਕਈ ਹੋਰ ਤਰ੍ਹਾਂ ਦੇ ਇਹੋ ਜਿਹੇ ਕੰਮ ਕਰਕੇ ਆਪਣੇ ਬੱਚੇ ਬਾਹਰ ਭੇਜਣੇ ਪੈਂਦੇ ਆ। ਕਾਰਨ ਇਹ ਆ ਕਿ ਇੱਥੇ ਨੌਕਰੀਆਂ ਨਹੀਂ ਮਿਲਦੀਆਂ। ਜੇ ਬੱਚੇ ਪੜ੍ਹ ਲਿਖ ਵੀ ਜਾਂਦੇ ਆ ਤੇ ਉਹ ਕਈ ਵਾਰੀ ਕੁਰਾਹੇ ਪੈ ਜਾਂਦੇ ਆ, ਇਹੋ ਜਿਹੇ ਕੰਮਾਂ 'ਚ ਪੈ ਜਾਂਦੇ ਆ। ਸੋ ਇਹਨਾਂ ਚੀਜ਼ਾਂ ਨੂੰ, ਇਸ ਜਵਾਨੀ ਨੂੰ ਬਚਾਉਣ ਵਾਸਤੇ, ਪੰਜਾਬ ਦੇ ਭਵਿੱਖ ਨੂੰ ਬਚਾਉਣ ਵਾਸਤੇ ਨਵਜੋਤ ਸਿੰਘ ਸਿੱਧੂ ਇਹ ਹਮੇਸ਼ਾ ਜਿਹੜਾ ਮਸਲਾ ਜਿਵੇਂ ਹੁਣ ਚੱਕਦੇ ਰਹੇ ਆ ਤੇ ਜਿਵੇਂ ਹੁਣ ਉਹਨਾਂ ਨੇ ਘੇਰਿਆ। ਦੇਖੋ, ਇੱਕ ਗੱਲ ਹੋਰ ਆ, ਜਿਵੇਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਔਰ ਇਸ ਗੱਲ ਤੇ, ਕਿਉਂਕਿ ਉਹ ਘਿਰੇ ਹੀ ਇਸ ਕਰਕੇ ਆ ਕਿ ਇਹਦੀ ਜਾਂਚ ਉਹਨਾਂ ਨੇ ਹਜੇ ਤੱਕ ਚੰਗੀ ਤਰ੍ਹਾਂ ਨਹੀਂ ਕਰਵਾਈ ਆ। ਹਜੇ ਤੱਕ ਸਾਨੂੰ ਨਹੀਂ ਪਤਾ ਲੱਗ ਹਜੇ ਤੱਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਪਤਾ ਨਹੀਂ ਲੱਗ ਰਿਹਾ, ਜਾਂ ਸਾਨੂੰ ਵੀ ਨਹੀਂ ਹਜੇ ਪਤਾ ਲੱਗਾ ਕਿ ਕੀ ਜਿਹੜਾ ਚਾਹੇ ਜਗਦੀਸ਼ ਭੋਲੇ ਨੇ, ਚਾਹੇ ਆਸੇ-ਪਾਸੇ ਜਾਂ ਜੋ ਵੀ ਇਹਦੇ ਵਿੱਚ ਦੋਸ਼ੀ ਆ, ਉਹਨਾਂ ਨੂੰ ਹਜੇ ਤੱਕ ਕਿਉਂ ਨਹੀਂ ਫੜਿਆ ਗਿਆ ਜਾਂ ਉਹਨਾਂ ਨੂੰ ਉਹਨਾਂ ਦੀ ਜਾਂਚ ਕਰਕੇ ਬਣਦਾ ਇਨਸਾਫ ਕਿਉਂ ਨਹੀਂ ਮਿਲਿਆ ਲੋਕਾਂ ਨੂੰ। ਮਨਪ੍ਰੀਤ ਜੀ ਅਜੇ ਤੱਕ ਤਾਂ ਸਟੇਟਸ ਹੀ ਨਹੀਂ ਪਤਾ ਲੱਗ ਰਿਹਾ ਕਿ ਉਹ ਜਿਹੜੀਆਂ ਸੀਲਬੰਦ ਰਿਪੋਰਟਾਂ ਸੀਗੀਆਂ ਉਹ ਹਾਈ ਕੋਰਟ 'ਚ ਨੇ ਜਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਾਰਵਾਈ ਲਈ ਦਿੱਤੀਆਂ ਨੇ। ਉਹ ਜਿਹੜੀ ਨਰਿੰਜਨ ਸੋਹ ਦੀ ਰਿਪੋਰਟ ਸੀ ਉਹਦਾ ਕੀ ਬਣਿਆ? ਜਿਹੜੀ ਹਰਪ੍ਰੀਤ ਸਿੱਧੂ ਦੀ ਰਿਪੋਰਟ ਸੀ ਜਿਹੜੀ 34 ਸਫ਼ਿਆਂ ਦਾ ਉਹਨਾਂ ਨੇ ਹਾਈ ਕੋਰਟ 'ਚ ਸਬਮਿਟ ਕੀਤਾ ਸੀ ਜਵਾਬ, ਜਿਹੜੀ ਪ੍ਰੀਲਿਮ ਇਨਵੈਸਟੀਗੇਸ਼ਨ ਤੋਂ ਬਾਅਦ, ਉਹਦਾ ਕੀ ਬਣਿਆ? ਅਜੇ ਤਾਂ ਸ਼ਾਇਦ ਚੱਟੋਪਾਧਿਆਏ ਜਿਨ੍ਹਾਂ ਬਾਰੇ ਗੱਲ ਚੱਲ ਰਹੀ ਹੈ ਕਿ ਉਹਨਾਂ ਨੂੰ ਵੱਡਾ ਅਹੁਦਾ ਮਿਲ ਸਕਦਾ ਹੈ, ਕਿ ਇਹ ਸਾਰੇ ਦੇ ਸਾਰੇ ਲੋਕ ਕਿੱਥੇ, ਜਿਹੜੀਆਂ ਜਾਂਚਾਂ ਨੇ ਕਿੱਥੇ ਬੈਠੀਆਂ ਨੇ? ਅਮਰਿੰਦਰ ਸਿੰਘ ਸਾਫ਼ ਤਾਂ ਕਰਨ ਕਿ ਇਸ ਸਾਰੇ ਮਾਮਲੇ 'ਚ ਨਸ਼ੇ ਨੂੰ ਲੈ ਕੇ ਸਥਿਤੀ ਕੀ ਆ, ਸਟੇਟਸ ਕੀ ਆ? ਬਿਲਕੁਲ ਤੁਹਾਡੀ ਗੱਲ ਠੀਕ ਆ। ਦੇਖੋ, ਇਹਨਾਂ ਸਾਰਿਆਂ ਨੂੰ ਜਦੋਂ ਲੋਕ ਇਲਜ਼ਾਮ ਲਾਉਂਦੇ ਨੇ, ਵਿਰੋਧੀ ਧਿਰ ਇਲਜ਼ਾਮ ਲਾਉਂਦੇ ਨੇ, ਨਵਜੋਤ ਸਿੰਘ ਸਿੱਧੂ ਇਲਜ਼ਾਮ ਲਾਉਂਦੇ ਨੇ ਕਿ ਕਿਤੇ ਨਾ ਕਿਤੇ ਆਪਸ ਦੇ ਵਿੱਚ ਰਲੇ ਹੋਏ ਨੇ, ਆਪਸ ਦੇ ਵਿੱਚ ਮਿਲੇ ਹੋਏ ਨੇ। ਜੀ ਰੰਧਾਵਾ ਜੀ, ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਕਿ ਇਹੀ ਜਿਹੜੀਆਂ ਜਾਂਚਾਂ ਹੁਣ ਇੰਨੀ ਤੇਜ਼ੀ ਨਾਲ ਹੋਣ ਲੱਗ ਗਈਆਂ, ਪ੍ਰਕਾਸ਼ ਸਿੰਘ ਬਾਦਲ ਜਿਹੜੇ ਸਾਬਕਾ ਮੁੱਖ ਮੰਤਰੀ ਹੈ, ਕਦੇ ਉਹਨਾਂ ਨੂੰ ਬੁਲਾਇਆ ਜਾਂਦਾ ਤੇ ਕੱਲ ਵੀ ਤੁਸੀਂ ਦੇਖੋ ਸੁਖਬੀਰ ਸਿੰਘ ਬਾਦਲ ਜਿਹੜੇ ਗ੍ਰਹਿ ਮੰਤਰੀ ਰਹੇ ਆ, ਉਹਨਾਂ ਨੂੰ 4 ਘੰਟੇ ਪੁੱਛਗਿੱਛ ਕੀਤੀ ਗਈ। ਚਲੋ, ਉਹ ਮਸਲੇ ਚਾਹੇ ਹੋਰ ਆ, ਇਹੀ ਚੀਜ਼ਾਂ ਚਾਹੇ ਡਰੱਗ ਦੇ ਮਸਲੇ ਹੋਣ, ਇਹਨਾਂ ਤੇ ਕੋਈ ਜਾਂਚ ਬਿਠਾ ਕੇ ਇਸ ਨੂੰ ਜਲਦੀ ਪੂਰਾ ਕਿਉਂ ਨਹੀਂ ਕੀਤਾ ਗਿਆ? ਤੇ ਜਿਹੜੇ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਇੱਕ ਸੀਨੀਅਰ ਪੁਲਿਸ ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਆ, ਉਹਨਾਂ ਦੀ ਦੇਖ-ਰੇਖ ਦੇ ਵਿੱਚ ਵੀ ਇੱਕ ਕਮੇਟੀ ਬਣੀ ਸੀ। ਅੱਜ ਤੱਕ ਸਾਨੂੰ ਪਤਾ ਨਹੀਂ ਵੀ ਉਸ ਦੀ ਜਿਹੜੀ ਜਾਂਚ ਰਿਪੋਰਟ ਦੀ ਜਿਹੜੀ ਫਾਈਨਲ ਰਿਪੋਰਟ ਆ ਉਹ ਕੀ ਆ, ਉਹਦੇ ਕੀ ਸਿੱਟੇ ਨਿਕਲੇ ਨੇ, ਉਹ ਉਹਨਾਂ ਨੇ ਕਿਹਨਾਂ ਨੂੰ ਦੋਸ਼ੀ ਠਹਿਰਾਇਆ। ਜੇ ਤੁਹਾਡੀ ਨਜ਼ਰ ਦੇ ਵਿੱਚ ਜਾਂ ਤੁਹਾਡੀ ਜਾਣਕਾਰੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਤਾਂ ਤੁਸੀਂ ਕਾਈਂਡਲੀ ਤੁਸੀਂ ਵੀ ਦਰਸ਼ਕਾਂ ਨੂੰ ਦੱਸੋ। ਆਮ ਤੌਰ ਤੇ ਮੇਰਾ ਕਹਿਣ ਦਾ ਮਤਲਬ ਆ ਰੰਧਾਵਾ ਜੀ, ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ। ਤੇ ਜਿਹੜੀਆਂ ਹੁਣ ਜਾਂਚਾਂ ਚੱਲ ਰਹੀਆਂ ਨੇ, ਜੋ ਤੇਜ਼ੀ ਦਿਖਾਈ ਜਾ ਰਹੀ ਆ ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ, ਇਹ ਨਹੀਂ ਆ ਕਿ ਮੈਂ ਜਿਵੇਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਉਹਨਾਂ ਦਾ ਇੱਕੋ ਦਮ ਉਹਨਾਂ ਨੂੰ ਲੱਗਾ ਕਿ ਹੁਣ ਇਹ ਲੋਕਾਂ ਨੂੰ ਇਨਸਾਫ ਚਾਹੀਦਾ। ਸਿਰਫ ਤੇ ਸਿਰਫ
ਕੇਵਲ ਆਪਣੀ ਕੁਰਸੀ ਬਚਾਉਣ ਕਰਕੇ, ਕੇਵਲ ਕਿਉਂਕਿ ਜਿਹੜਾ ਕਾਂਗਰਸ ਹਾਈ ਕਮਾਂਡ ਦਾ ਪ੍ਰੈਸ਼ਰ ਆ, ਉਹਨਾਂ ਨੂੰ ਲੱਗਦਾ ਕਿ ਜੇ ਮੈਂ ਪਰਫਾਰਮ ਨਹੀਂ ਕੀਤਾ, ਜਿਹੜੀ ਮੇਰੀ ਸਾਖ ਦਿਨੋ ਦਿਨ ਡਿੱਗ ਰਹੀ ਆ, ਇਹਦੇ ਵਿੱਚ ਕਿਤੇ ਹੋਰ ਨਾ ਗਿਰਾਵਟ ਆ ਜੇ, ਉਸ ਨੂੰ ਬਚਾਉਣ ਕਰਕੇ, ਆਪਣੀ ਕੁਰਸੀ ਨੂੰ ਬਚਾਉਣ ਕਰਕੇ, ਆਪਣੀ ਪ੍ਰਧਾਨਗੀ ਨੂੰ ਬਚਾਉਣ ਕਰਕੇ ਇਹ ਸਾਰਾ ਕੁਝ ਹੋ ਰਿਹਾ। ਮੈਨੂੰ ਦੇਖੋ, ਇਹ ਗੱਲ ਮਾਯੂਸ ਨਹੀਂ ਹੋਣਾ ਚਾਹੀਦਾ ਆਪਾਂ ਨੂੰ। ਅੱਜ ਵੀ ਹਜੇ ਮੈਨੂੰ ਕੋਈ ਉਮੀਦ ਨਹੀਂ ਹੈ ਕਿ ਇਹ ਜਿਹੜੀਆਂ ਜਾਂਚ ਏਜੰਸੀਆਂ ਜਿਹੜੀਆਂ ਬਣੀਆਂ, ਜਾਂ SITs ਬਣੀਆਂ, ਜਾਂ ਕਮਿਸ਼ਨ ਬਣੇ ਆ, ਇਹ ਕਿਸੇ ਪੁਖਤਾ ਨਤੀਜੇ ਤੇ ਪਹੁੰਚ ਸਕਣਗੀਆਂ। ਬਿਲਕੁਲ ਠੀਕ ਹੈ। ਔਰ ਮੈਂ ਜਿਵੇਂ ਤੁਸੀਂ ਕਿਹਾ, ਮੈਂ ਵੀ ਸਿਰਫ ਨਵਜੋਤ ਸਿੰਘ ਸਿੱਧੂ ਦੇ ਹਵਾਲੇ ਨਾਲ ਇਹ ਕਹਿ ਸਕਦਾ, ਜਿਹੜੀ ਉਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਹਰਪ੍ਰੀਤ ਸਿੱਧੂ ਦੀ ਰਿਪੋਰਟ ਦੇ ਕੁਝ ਅੰਸ਼ ਹਾਈਲਾਈਟ ਕੀਤੇ ਆ, ਜਿਹਦੇ ਵਿੱਚ ਕੁਝ ਨਾਂ ਨੇ ਜਿਨ੍ਹਾਂ ਬਾਰੇ ਉਹਦੇ ਚ ਲਿਖਿਆ ਗਿਆ ਕਿ ਮੁੱਢਲੇ ਜਿਹੜੇ ਜਾਣਕਾਰੀਆਂ ਉਹਦੇ ਆਧਾਰ ਤੇ ਫਰਦਰ ਇਨਵੈਸਟੀਗੇਸ਼ਨ ਬਣਦੀ ਆ। ਇਹਦੇ ਵਿੱਚ ਕੁਝ ਵਿਦੇਸ਼ੀ ਨਾਂ ਨੇ, ਕੁਝ ਇੱਥੋਂ ਦੇ ਨਾਂ ਨੇ, ਕਿ ਇਹਨਾਂ ਨੂੰ ਫਰਦਰ ਇਨਵੈਸਟੀਗੇਟ ਕੀਤਾ ਜਾਣਾ ਚਾਹੀਦਾ, ਇਹਨਾਂ ਤੱਥਾਂ ਨੂੰ। ਇਹ ਇਨਵੈਸਟੀਗੇਟ ਕੈਪਟਨ ਅਮਰਿੰਦਰ ਸਿੰਘ ਸਮਾਬੱਧ ਸੀਮਾ ਇੱਕ ਰੱਖਣ, ਇੱਕ ਤੈਅ ਸੀਮਾ ਦੇ ਵਿੱਚ ਇਹਨਾਂ ਨੂੰ ਕਰਨ। ਅਸੀਂ ਮੰਗ ਕਰਦੇ ਹਾਂ ਕਿ ਘੱਟੋ ਘੱਟ ਮਹੀਨੇ ਕੁ ਦੇ ਵਿੱਚ ਜਿੰਨੇ ਵੀ ਤੱਥ ਪਏ ਨੇ ਉਹਨਾਂ ਨੂੰ ਘੋਖ ਲਿਆ ਜਾਵੇ, ਤੇ ਕਿ ਕੋਈ ਜੇ ਜ਼ਿੰਮੇਵਾਰ ਆ ਤੇ ਲੋਕਾਂ ਦੀ ਕਚਹਿਰੀ 'ਚ ਰੱਖਿਆ ਜਾਵੇ। ਕੈਪਟਨ ਅਮਰਿੰਦਰ ਸਿੰਘ ਕੋਲ ਬਹੁਤ ਸਮਾਂ ਨਹੀਂ ਬਚਿਆ, ਉਮਰ ਦਾ ਤਕਾਜ਼ਾ 80 ਨੂੰ ਪਹੁੰਚਣ ਵਾਲੇ ਆ। ਸਿਆਸੀ ਇਨਿੰਗ ਅਕਸਰ ਇੱਥੇ 85 ਦੇ ਆਸ-ਪਾਸ ਲੋਕਾਂ ਦੀ ਖਤਮ ਹੋ ਜਾਂਦੀ ਆ। ਜੇ ਇੱਕ ਇਨਿੰਗ ਹੋਰ ਖੇਡਣੀ ਆ ਤਾਂ ਪਹਿਲੀ ਗੇਮ ਜਿਹੜੀ ਤੁਹਾਨੂੰ ਬਿਹਤਰ ਦੇਣੀ ਪਊਗੀ, ਨਹੀਂ ਤਾਂ ਅਕਸਰ ਵੱਡੇ ਖਿਡਾਰੀ ਵੀ ਪਵੇਲੀਅਨ ਪਰਤ ਜਾਂਦੇ ਆ। ਸੋ ਮੈਂ ਜ਼ਰੂਰ ਮਨਪ੍ਰੀਤ ਜੀ ਅੱਗੇ ਤੁਰੂੰਗਾ। ਇੱਕ ਬਹੁਤ ਵੱਡਾ ਸਰੋਤ ਜਿਨ੍ਹਾਂ ਨੇ ਸੁਣਵਾਈ ਕੀਤੀ, ਉਹਨਾਂ ਚੋਂ ਇੱਕ ਸਰੋਤ ਮੈਨੂੰ ਕੁਦਰਤੀ ਤੌਰ ਤੇ ਜਾਣਕਾਰੀ ਮਿਲ ਗਈ। ਅਸੀਂ ਇਹਨੂੰ ਹੋਰ ਜ਼ਿਆਦਾ ਪੁਖਤਾ ਕੀਤਾ ਕਿ ਜਦੋਂ ਸੁਣਵਾਈ 3 ਮੈਂਬਰੀ ਪੈਨਲ ਕਰਦਾ ਸੀ ਕਾਂਗਰਸੀਆਂ ਦੀ ਦਿੱਲੀ 'ਚ, ਜਦੋਂ ਰਾਹੁਲ ਗਾਂਧੀ ਸੁਣਵਾਈ ਕਰ ਰਹੇ ਸੀ, ਲਗਭਗ 40 ਤੋਂ ਜ਼ਿਆਦਾ MLAs ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੇ ਸਵਾਲ ਤਾਂ ਉਠਾਏ, ਲੇਕਿਨ ਨਾਲ ਦੀ ਨਾਲ ਮੰਤਰੀਆਂ ਨੂੰ ਕਟਹਿਰੇ 'ਚ ਖੜਾ ਕੀਤਾ। ਮੰਤਰੀ ਸਾਡੀ ਗੱਲ ਨਹੀਂ ਸੁਣਦੇ, ਮੰਤਰੀ ਜਿਹੜੇ ਆ ਉਹ ਸਾਨੂੰ ਟਾਈਮ ਨਹੀਂ ਦਿੰਦੇ, ਸਕੱਤਰੇਤ ਸੁਣਨਾ ਰਹਿੰਦਾ, ਮੰਤਰੀ ਆਪਣੇ ਮਹਿਕਮਿਆਂ ਦੀਆਂ ਫਾਈਲਾਂ ਨਹੀਂ ਕੱਢਦੇ। ਹੁਣ ਇਹ ਸਵਾਲ ਆ ਕਿ ਕੈਪਟਨ ਅਮਰਿੰਦਰ ਸਿੰਘ 2 ਮਹੀਨੇ ਤੋਂ ਲਗਾਤਾਰ ਦੋਸ਼ੀਆਂ ਵਾਂਗ ਖੜੇ ਕੀਤੇ ਗਏ ਆ, ਬਣਦਾ ਵੀ ਆ, ਉਹ ਹੈੱਡ ਸੀਗੇ ਸਰਕਾਰ ਦੇ, ਲੇਕਿਨ ਜਿਹੜੇ 16 ਮੰਤਰੀ ਸੀ ਉਹਨਾਂ ਨੇ ਕੀ ਕਾਰਗੁਜ਼ਾਰੀ ਦਿਖਾਈ? ਕੀ ਉਹ ਉਨੇ ਜ਼ਿੰਮੇਵਾਰ ਨਹੀਂ? ਅਸੀਂ ਸਵਾਲ ਛੱਡ ਜਾਂਦੇ ਆ। ਸਾਡੀ ਜਿਹੜੀ ਜਰਨਲਿਜ਼ਮ ਇਹ ਵੀ ਹੁਣ ਉਦਾਂ ਹੀ ਹੋ ਗਈ ਆ, ਦੌੜਨ ਵਾਲੀ। ਮੈਂ ਉਹ ਸ਼ਬਦ ਨਹੀਂ ਵਰਤਦਾ ਵੀ ਅਸੀਂ ਕਿੱਦਾਂ ਦੌੜਦੇ ਆ ਤੇ ਰੌਲਾ ਪਾਉਂਦੇ ਜਾਂਦੇ ਆ। ਸਵਾਲ ਇਹ ਆ ਕਿ ਇੱਕ ਬੰਦਾ ਦੋਸ਼ੀ ਤਾਂ ਹੈ, ਮੰਨ ਲਿਆ, ਤੁਸੀਂ ਉਹਨੂੰ ਫਾਂਸੀ ਲਾਉਣ ਨੂੰ ਤਿਆਰ ਹੋ ਗਏ ਹੋ, ਉਹ ਸਭ ਤੋਂ ਵੱਡਾ ਦੋਸ਼ੀ ਮੰਨ ਲਿਆ, ਲੇਕਿਨ ਜਿਹੜੇ 16 ਸੀ ਉਹ ਕਿੱਥੇ ਖਲੋਤੇ ਨੇ? ਉਹਨਾਂ ਨੇ ਆਪਣੇ ਮਹਿਕਮਿਆਂ 'ਚ ਕੀ ਕੰਮ ਕੀਤਾ? ਜੇ ਕੈਪਟਨ ਅਮਰਿੰਦਰ ਸਿੰਘ ਉੱਥੇ ਦਖਲ ਨਹੀਂ ਸੀ ਦੇ ਰਹੇ ਤੇ ਉਹਨਾਂ ਦੇ ਮਹਿਕਮਿਆਂ ਦਾ ਇੰਨਾ ਬੁਰਾ ਹਾਲ ਕਿਉਂ ਹੋਇਆ? ਜੇ ਕਿਸੇ ਨੇ ਕੋਈ ਚੰਗੀ ਕਾਰਗੁਜ਼ਾਰੀ ਦਿਖਾਈ ਤਾਂ ਉਹ ਦੱਸ ਸਕਦਾ, ਜਾਂ ਦੱਸਦਾ ਹੀ ਹੈ, ਦੱਸ ਰਹੇ ਆ। ਲੇਕਿਨ ਇਹ ਸੁਣਿਆ ਕਿ ਬਹੁਤੇ ਜਿਹੜੇ ਵਰਕਰ, ਬਹੁਤੇ ਜਿਹੜੇ ਕਾਂਗਰਸੀ ਆ, ਉਹ ਮੰਤਰੀਆਂ ਤੋਂ ਵੀ ਦੁਖੀ ਆ। ਇਹ ਮੇਰੇ ਖਿਆਲ 60 ਤੋਂ 70 ਦੇ ਕਰੀਬ MLA ਜਿਨ੍ਹਾਂ ਦੇ ਵਿੱਚੋਂ ਇਹ 16 ਬਣਾਏ ਗਏ, ਬਾਕੀਆਂ ਨੂੰ ਹੋਰ ਮੌਕਾ ਕਿਉਂ ਨਾ ਮਿਲੇ? ਕੀ ਕਹਿੰਦੇ ਹੋ? ਰੰਧਾਵਾ ਜੀ, ਦੇਖੋ, ਆਮ ਤੌਰ ਤੇ ਇੱਕ ਬੜੀ ਕਹਾਵਤ ਆ ਪ੍ਰਚਲਿਤ ਕਿ ਜਥਾ ਰਾਜਾ ਜੈਸੀ ਪ੍ਰਜਾ ਹੁੰਦੀ ਹੈ, ਜਿਹੋ ਜਿਹਾ ਰਾਜਾ ਹੁੰਦਾ ਉਹੋ ਜਿਹੀ ਪ੍ਰਜਾ ਹੁੰਦੀ ਹੈ, ਉਹੋ ਜਿਹੇ ਮੰਤਰੀ ਹੁੰਦੇ ਆ। ਪਹਿਲੀ ਗੱਲ ਤੁਹਾਡੀ, ਮੈਂ ਬਿਲਕੁਲ ਇਸ ਗੱਲ ਨਾਲ ਸਹਿਮਤ ਹਾਂ ਕਿ ਜਿਹੜੇ ਮੰਤਰੀ ਹੁਣ ਬੋਲ ਰਹੇ ਆ, ਜਿਹੜੇ ਮੰਤਰੀ ਹੁਣ ਕੈਬਨਿਟ ਮੀਟਿੰਗਾਂ ਦੇ ਵਿੱਚ ਇਤਰਾਜ਼ ਜਤਾ ਰਹੇ ਆ ਕਿ ਤੁਸੀਂ ਆਹ ਕੰਮ ਨਹੀਂ ਕੀਤਾ, ਜਾਂ ਤੁਸੀਂ ਬੇਅਦਬੀ ਦੇ ਮਸਲਿਆਂ ਨੂੰ ਹੱਲ ਨਹੀਂ ਕੀਤਾ, ਜਾਂ ਜੋ ਅਸੀਂ ਵਾਅਦੇ ਕੀਤੇ ਆ ਹੁਣ ਆਪਣੇ ਹਲਕਿਆਂ 'ਚ ਕਿਸ ਤਰ੍ਹਾਂ ਜਾਵਾਂਗੇ, ਇਹ ਸਾਰੇ MLA ਨੂੰ ਹੁਣ ਡਰ ਪਿਆ ਹੋਇਆ ਚੋਣਾਂ ਕਿੱਦਾਂ ਜਿੱਤਾਂਗੇ। ਇਹੀ ਗੱਲ ਸਾਲ 1.5 ਸਾਲ ਹੋਣ ਤੋਂ ਬਾਅਦ ਵੀ ਇਹ ਗੱਲ ਉਠਾਈ ਜਾ ਸਕਦੀ ਸੀ। ਇਹ ਬਿਲਕੁਲ ਗੱਲ ਠੀਕ ਆ। ਇਹ ਗੱਲ ਦਾ ਇੱਕ ਪਹਿਲੂ ਆ ਕਿ ਇਹੀ ਮੰਤਰੀ ਜਿਨ੍ਹਾਂ ਨੂੰ ਹੁਣ ਜਿਹੜਾ ਫਿਕਰ ਪੈ ਗਿਆ, ਚਾਹੇ ਸੁਖਜਿੰਦਰ ਸਿੰਘ ਰੰਧਾਵਾ ਹੋਣ, ਚਾਹੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਣ, ਚਾਹੇ ਸੁਖ ਸਰਕਾਰੀਆ ਹੋਣ, ਜਾਂ ਜਿੰਨੇ ਵੀ ਹੋਰ ਵੀ ਮੰਤਰੀ ਆ ਜਾਂ MLA ਵੀ ਆ, ਜਾਂ ਪ੍ਰਗਟ ਸਿੰਘ ਵੀ ਮੈਂ ਗੱਲ ਕਰੂੰਗਾ, ਜਿਹੜੇ ਚਿੱਠੀਆਂ ਲਿਖਦੇ ਆ ਹੁਣ, ਇਹਨਾਂ ਨੂੰ ਉਸ ਟਾਈਮ ਵੀ ਚਿੱਠੀਆਂ ਲਿਖਣੀਆਂ ਚਾਹੀਦੀਆਂ ਸੀ ਜਦੋਂ 2 ਸਾਲ 2.5 ਸਾਲ ਜਦੋਂ ਅੱਧਾ ਸਮਾਂ ਬੀਤ ਗਿਆ ਸੀ ਵੀ ਸਾਡੇ 2.5 ਸਾਲ ਹੀ ਰਹਿ ਗਏ ਆ, ਤੇ ਸਾਨੂੰ ਲੋਕਾਂ ਨੇ ਜਵਾਬ ਦੇ ਬਣਾਉਣਾ, ਸਾਨੂੰ ਲੋਕਾਂ ਨੇ ਸਵਾਲ ਪੁੱਛਣੇ ਤੇ ਸਾਡੇ ਤੋਂ ਸਵਾਲਾਂ ਦੇ ਜਵਾਬ ਦੇ ਨਹੀਂ ਹੋਣੇ। ਉਦੋਂ ਕੋਈ ਨਹੀਂ ਬੋਲਿਆ ਤੇ ਸੱਤਾ ਆਰਾਮ ਨਾਲ ਸਾਰੇ ਭੋਗਦੇ ਰਹੇ। ਇਹਨਾਂ ਦੀ ਕਾਰਗੁਜ਼ਾਰੀ ਜਿਹੜੀ ਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜੇ ਕਿਤੇ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੂੰ ਕੈਪਟਨ ਆਫ ਦ ਸ਼ਿਪ ਕਿਹਾ ਜਾਂਦਾ ਕਿਉਂਕਿ ਉਹ ਚਲਾਉਂਦੇ ਨੇ, ਤਾਂ ਫਸਟ ਅਮੰਗ ਦਾ ਇਕੁਅਲਸ ਆ। ਦੇਖੋ, ਉਹ ਐਗਜ਼ੈਕਟਿਵ ਪਾਵਰ ਰੱਖਦੇ ਆ, ਔਰ ਚੀਫ ਮਿਨਿਸਟਰ ਦੀ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਦੀ ਨੈਸ਼ਨਲ ਲੈਵਲ ਤੇ ਅਥਾਹ ਉਹਨਾਂ ਕੋਲੇ ਪਾਵਰਸ ਹੁੰਦੀਆਂ, ਉਹਨਾਂ ਕੋਲੇ ਤਾਕਤ ਹੁੰਦੀ ਹੈ, ਇਸੇ ਤਰ੍ਹਾਂ ਮੁੱਖ ਮੰਤਰੀ ਕੋਲੇ ਵੀ ਹੁੰਦੀਆਂ। ਤੇ ਜਿਹੜੇ ਕੈਬਨਿਟ ਮੰਤਰੀ ਹੁੰਦੇ ਆ, ਖੈਰ ਉਹਨਾਂ ਦੇ ਸਲਾਹ ਤੇ ਹੀ ਚੱਲਦੇ ਆ। ਲੇਕਿਨ
ਇਸ ਕਰਕੇ ਆਪਾਂ ਉਹਨਾਂ ਨੂੰ ਜ਼ਿੰਮੇਵਾਰੀ ਤੋਂ ਨਕਾਰ ਨਹੀਂ ਸਕਦੇ, ਉਹਨਾਂ ਦੀ ਜ਼ਿੰਮੇਵਾਰੀ ਪੂਰੀ ਬਣਦੀ ਆ। ਆਪਣੇ ਮਹਿਕਮਿਆਂ ਦੇ ਵਿੱਚ ਉਹਨਾਂ ਨੇ ਕੀ ਕੰਮ ਕੀਤਾ, ਦੇਖੋ ਇੱਥੇ ਮੈਂ ਫੇਰ ਐਗਜ਼ਾਮਪਲ ਦੇਣਾ ਚਾਹੂੰਗਾ ਨਵਜੋਤ ਸਿੰਘ ਸਿੱਧੂ ਦੀ। ਨਵਜੋਤ ਜੀ ਸਿੰਘ ਸਿੱਧੂ ਜਦੋਂ ਆਉਂਦੇ ਸੀ ਤੇ ਮਸਲੇ ਉਠਾਉਂਦੇ ਸੀ ਕੈਬਨਿਟ ਮੰਤਰੀ ਬਤੌਰ, ਤੇ ਉਹਨਾਂ ਤੋਂ ਵੀ ਕਈ ਤਰ੍ਹਾਂ ਦੀਆਂ ਨਾਰਾਜ਼ਗੀਆਂ ਪੈਦਾ ਹੋ ਗਈਆਂ ਸੀ। ਇੱਥੋਂ ਤੱਕ ਹੋ ਗਿਆ ਸੀ ਕਿ ਉਹਨਾਂ ਦਾ ਮਹਿਕਮਾ ਬਦਲ ਦਿੱਤਾ ਗਿਆ, ਜਿਹੜੇ ਮਹਿਕਮਾ ਸੀ ਉਹਨਾਂ ਕੋਲ ਲੋਕਲ ਗਵਰਨਮੈਂਟ ਦਾ, ਤੇ ਜਿਹੜਾ ਉਹਨਾਂ ਨੂੰ ਮੁੜ ਕੇ ਪਸੰਦ ਨਹੀਂ ਆਇਆ। ਉਹਨਾਂ ਨੂੰ ਲੱਗਿਆ ਕਿ ਜਿਹੜੇ ਮੈਂ ਮਸਲੇ ਚੱਕ ਰਿਹਾ ਉਹਨਾਂ ਨੂੰ ਸਿਰਫ ਮਿੱਟੀ ਪਾਉਣ ਲਈ ਉਹਨਾਂ ਤੇ ਤਾਂ ਮੇਰਾ ਮਹਿਕਮਾ ਬਦਲਿਆ ਗਿਆ। ਹੁਣ ਵਾਪਸ ਆਉਂਦੇ ਆ ਇਸੇ ਗੱਲ ਤੇ। ਇਹ ਗੱਲ ਮੈਂ ਇਸੇ ਕਰਕੇ ਕਹੀ ਸੀ ਕਿਉਂਕਿ ਇਹਦੇ ਦੋ ਪਹਿਲੂ ਆ। ਦੂਸਰਾ ਹੈ ਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਸ਼ੈਲੀ ਦੇਖੋ ਕੰਮ ਕਰਨ ਦੀ, ਸੰਨ 2002 ਤੋਂ ਲੈ ਕੇ ਸੰਨ 2007 ਤੱਕ, ਉਦੋਂ ਵੀ ਜਿਹੜੀ ਬਿਊਰੋਕ੍ਰੇਸੀ ਨੌਕਰਸ਼ਾਹੀ ਜਿਹੜੀ ਉਹ ਹਾਵੀ ਸੀ। ਆਮ ਤੌਰ ਤੇ ਉਦੋਂ ਵੀ ਮੰਤਰੀ ਕਹਿੰਦੇ ਸੀ ਕਿ ਸਾਡੀ ਗੱਲ ਨਹੀਂ ਸੁਣੀ ਜਾਂਦੀ, ਐਮਐਲਏ ਕਹਿੰਦੇ ਸੀ ਸਾਨੂੰ ਕੈਪਟਨ ਅਮਰਿੰਦਰ ਸਿੰਘ ਮਿਲਦੇ ਨਹੀਂ ਕਿ ਆਮ ਲੋਕਾਂ ਨੂੰ ਕੀ ਮਿਲਣਗੇ। ਅੱਜ ਵੀ ਉਸ ਸ਼ੈਲੀ ਦੇ ਵਿੱਚ ਕੋਈ ਖਾਸ ਫਰਕ ਨਹੀਂ ਆਇਆ। ਸਿਰਫ ਜਿਹੜੇ ਕੁਝ ਚਹੇਤੇ, ਜਿਨ੍ਹਾਂ ਦੇ ਵਿੱਚ ਮੈਂ ਇਹ ਵੀ ਕਹੂੰਗਾ ਕਿ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਸੀ ਮਾਝੇ ਦੇ ਲੀਡਰ ਆ, ਉਹ ਕਿਸੇ ਟਾਈਮ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਖਾਸ ਮੰਨੇ ਜਾਂਦੇ ਸੀ। ਮੈਨੂੰ ਲੱਗਦਾ ਸ਼ਾਇਦ ਉਹਨਾਂ ਤੋਂ ਬਗੈਰ ਉਹ ਤੁਰਦੇ ਵੀ ਨਹੀਂ ਸੀ। ਸਡਨਲੀ ਜਦੋਂ ਉਹਨਾਂ ਨੂੰ ਲੱਗਿਆ ਕਿ ਮਾਹੌਲ ਪੰਜਾਬ ਦੇ ਵਿੱਚ ਬਦਲ ਰਿਹਾ, ਜਨਤਾ ਸਵਾਲ ਪੁੱਛ ਰਹੀ ਆ, ਔਰ ਕੈਪਟਨ ਅਮਰਿੰਦਰ ਸਿੰਘ ਇਸ ਬਾਰੇ ਕਿਸੇ ਤਰ੍ਹਾਂ ਦਾ ਵੀ ਕੋਈ ਖਾਸ ਜਾਂ ਪੁਖਤਾ ਫੈਸਲਾ ਨਹੀਂ ਲੈ ਰਹੇ, ਇਸੇ ਕਰਕੇ ਉਹ ਹੋਏ, ਚਾਹੇ ਚਰਨਜੀਤ ਸਿੰਘ ਚੰਨੀ ਹੋਏ ਜਾਂ ਬਾਕੀ ਮੰਤਰੀ ਹੋਏ। ਮਨਪ੍ਰੀਤ, ਉੱਥੇ ਮੈਂ ਇੱਕ ਗੱਲ ਸ਼ਾਮਲ ਕਰਨਾ ਚਾਹੂੰਗਾ। ਤੁਸੀਂ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਲਿਆ, ਉਹਨਾਂ ਤੇ ਇੱਕ ਇਲਜ਼ਾਮ ਆਉਂਦਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੂੰ, ਕਿਉਂਕਿ ਬੇਅਦਬੀਆਂ ਦੇ ਮਾਮਲੇ ਤੇ ਸੁਖਜਿੰਦਰ ਸਿੰਘ ਰੰਧਾਵਾ ਕੈਪਟਨ ਅਮਰਿੰਦਰ ਨਾਲ ਨਾਰਾਜ਼ ਨੇ, ਤੇ ਸਾਰੀ ਨਾਰਾਜ਼ਗੀ ਦਾ ਆਧਾਰ ਉਹ ਦੱਸਦੇ ਨੇ ਕਿ ਮੈਂ ਗੁਰੂ ਦੇ ਸਾਹਮਣੇ ਕਿਵੇਂ ਜਾਊਂਗਾ, ਮੈਂ ਲੋਕਾਂ ਦੇ ਸਾਹਮਣੇ ਕੀਤੇ ਪ੍ਰੋਮਿਸਸ ਨੂੰ ਕਿਵੇਂ ਜੇ ਸਿਰੇ ਨਹੀਂ ਚਾੜ ਸਕਿਆ ਤੇ ਮੇਰੀ ਆਪਣੀ ਜਿਹੜੀ ਕ੍ਰੈਡੀਬਿਲਿਟੀ ਹੈ। ਸਵਾਲ ਇਹ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਸੁਖਜਿੰਦਰ ਸਿੰਘ ਰੰਧਾਵਾ ਲੈ ਕੇ ਆਏ ਸੀ ਕੈਪਟਨ ਅਮਰਿੰਦਰ ਕੋਲ ਕਿ ਇਹਨਾਂ ਨੂੰ ਜਾਂਚ ਦਿਓ। ਇਸ ਗੱਲ ਨੂੰ ਕੋਈ ਨਕਾਰਦਾ ਨਹੀਂ, ਔਰ ਇਹ ਅੰਦਰਲੇ ਸਰੋਤ ਦੱਸਦੇ ਆ ਕਿ ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਮੀਟਿੰਗ 'ਚ ਕਿਹਾ ਵੀ ਸੁਖਜਿੰਦਰ ਰੰਧਾਵਾ ਨੂੰ ਕਿ ਇਹ ਤਾਂ ਤੁਸੀਂ ਲਿਆਏ ਸੀ ਜੀ ਇਹਨਾਂ ਨੂੰ। ਵੱਖਰੀ ਗੱਲ ਆ, ਬਾਅਦ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨੇ ਸੁਖਜਿੰਦਰ ਰੰਧਾਵਾ ਨੂੰ ਮੰਨਣਾ ਬੰਦ ਕਰਤਾ, ਜਾਂ ਬਾਕੀ ਮੰਤਰੀਆਂ ਦੀ ਉਹ ਸਿੱਧੇ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦੇਣ ਲੱਗੇ। ਦੂਜਾ ਸਵਾਲ, ਇਸ ਵੇਲੇ ਮਨਪ੍ਰੀਤ ਬਹੁਤ ਸਾਰੇ ਲੋਕਾਂ ਤੇ ਦੋਸ਼ ਲੱਗ ਰਹੇ ਆ ਕਿ ਕੁਝ ਲੋਕ ਮਾਈਨਿੰਗ 'ਚ ਸ਼ਾਮਲ ਨੇ, ਸਿੱਧੇ ਤੌਰ ਤੇ ਕੁਝ ਲੋਕ ਮਾਈਨਿੰਗ 'ਚ ਸ਼ਾਮਲ ਨੇ, ਇਹ ਤੱਥ ਨੇ। ਕੁਝ ਲੋਕ ਮੇਲਿਆਂ ਦੇ ਠੇਕਿਆਂ 'ਚ ਨੇ, ਕੁਝ ਲੋਕ ਟਰਾਂਸਪੋਰਟ ਦੇ ਧੰਦੇ ਦੇ ਵਿੱਚ ਨੇ, ਬਹੁਤ ਸਾਰੇ ਲੋਕ ਵੱਖ-ਵੱਖ ਕੰਮਾਂ 'ਚ ਸ਼ਾਮਲ ਨੇ, ਔਰ ਇਹਦੇ ਪੁਖਤਾ ਸਬੂਤ ਨੇ। ਅਸੀਂ ਕਿਸੇ ਦਾ ਨਾਂ ਨਹੀਂ ਲੈ ਰਹੇ, ਲੇਕਿਨ ਇਹ ਸੱਚ ਹੈ। ਅਗਲੇ ਦਿਨਾਂ 'ਚ ਜੱਗ-ਜ਼ਾਹਰ ਹੋਣ ਵਾਲੀਆਂ ਗੱਲਾਂ ਨੇ, ਕਿਉਂਕਿ ਜਦੋਂ ਤੁਸੀਂ ਇੱਕ ਦੂਜੇ ਨਾਲ ਉਲਝਦੇ ਹੋ ਤੇ ਫਿਰ ਜੋ ਤੁਸੀਂ ਕਰ ਰਹੇ ਹੁੰਦੇ ਹੋ ਉਹ ਚੀਜ਼ਾਂ ਬਾਹਰ ਆਉਂਦੀਆਂ ਨੇ। ਬਹੁਤ ਸਾਰੇ ਐਮਐਲਏਜ਼ ਔਰ ਬਹੁਤ ਸਾਰੇ ਮਿਨਿਸਟਰ ਤੇ ਦੋਸ਼ ਲੱਗਦੇ ਨੇ ਕਿ ਜਿਹੜੇ ਧੰਦੇ ਪਹਿਲਾਂ ਪਹਿਲੀ ਸਰਕਾਰ ਵੇਲੇ ਵੱਡੇ ਲੋਕ ਕਰਦੇ ਸੀ, ਅੱਜ ਉਹ ਵੱਡੇ ਲੋਕ ਬਦਲ ਗਏ, ਜਿਵੇਂ 75-25 ਦਾ ਦੋਸ਼ ਸਿੱਧੂ ਲਾਉਂਦੇ ਰਹੇ। ਸੋ ਇਹ ਵੀ ਵੱਡਾ ਸਵਾਲ ਆ ਕਿ ਅਗਲੇ ਦਿਨਾਂ ਦੇ ਵਿੱਚ ਜਦੋਂ ਤੁਸੀਂ ਆਪਣਾ ਹੀ ਕਮੀਜ਼ ਚੱਕਦੇ ਹੋ, ਸਾਡੇ ਮਾਝੇ 'ਚ ਕਹਿੰਦੇ ਝੱਗਾ ਚੁੱਕਣਾ, ਤੇ ਫਿਰ ਮੁੜ ਕੇ ਪੇਟ ਤਾਂ ਖਰਾਬ ਜੇ ਦੱਸਣਗੇ। ਕੀ ਕਹਿੰਦੇ ਹੋ? ਬਿਲਕੁਲ ਤੁਹਾਡੀ ਗੱਲ ਠੀਕ ਹੈ। ਜਿਹੜੀ ਤੁਸੀਂ ਸੁਖਜਿੰਦਰ ਰੰਧਾਵਾ ਹੋਣਾ ਦੀ ਗੱਲ ਕੀਤੀ ਹੈ, ਉਹਨਾਂ ਨੇ ਆਪ ਸਿਫਾਰਿਸ਼ ਕੀਤੀ ਸੀ ਕਿ ਇਸ ਅਫਸਰ ਨੂੰ ਦਿਓ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ। ਲੇਕਿਨ ਰੰਧਾਵਾ ਜੀ, ਗੱਲ ਇਸ ਤਰ੍ਹਾਂ ਹੈ ਕਿ ਜਦੋਂ ਉਹਨਾਂ ਨੇ ਜਾਂਚ ਕੀਤੀ, ਔਰ ਜਿਹੜੀ ਜਾਂਚ ਉਹਨਾਂ ਨੇ ਕੀਤੀ, ਉਹ ਪਹਿਲੀ ਗੱਲ ਤਾਂ ਤੁਸੀਂ ਦੇਖੋ ਉਹਨੂੰ ਸਮਾਂ ਕਿੰਨਾ ਲੱਗ ਗਿਆ, ਔਰ ਜਾਂਚ ਦੀਆਂ ਟੈਕਨੀਕਲਿਟੀਜ਼ ਕਿਸੇ ਦਿਨ ਆਪਾਂ ਜਾਵਾਂਗੇ। ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਹਾਈ ਕੋਰਟ, ਪੰਜਾਬ ਤੇ ਹਰਿਆਣਾ ਹਾਈ ਕੋਰਟ ਉਸ ਰਿਪੋਰਟ ਦੀਆਂ ਧੱਜੀਆਂ ਉਡਾਉਂਦਾ, ਠੀਕ ਹੈ। ਅੱਜ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ, ਜਦੋਂ ਇਹ ਰਿਪੋਰਟ ਆਈ ਸੀ, ਜਦੋਂ ਉਹਨਾਂ ਨੇ ਖਾਰਜ ਕਰ ਦਿੱਤੀ ਸੀ ਇਹ ਜਾਂਚ ਰਿਪੋਰਟ ਕਿ ਇਹਦੇ ਵਿੱਚ ਕੁਝ ਨਹੀਂ ਆ ਔਰ ਸਾਰੀ ਪੋਲੀਟੀਕਲੀ ਮੋਟੀਵੇਟਿਡ ਆ, ਇਹ ਗੱਲ ਉਹਨਾਂ ਨੇ ਹਾਈ ਕੋਰਟ ਨੇ ਕਹੀ ਸੀ। ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕਿਹਾ ਸੀ ਕਿ ਮੈਂ ਇਸ ਨੂੰ ਚੈਲੰਜ ਕਰਾਂਗਾ ਸੁਪਰੀਮ ਕੋਰਟ ਦੇ ਵਿੱਚ। ਕੀ ਆਪਾਂ ਨੂੰ ਪਤਾ ਕਿ ਅੱਜ ਤੱਕ ਉਹਨਾਂ ਨੇ ਚੈਲੰਜ ਕੀਤੀ ਆ, ਔਰ ਜੇ ਨਹੀਂ ਕੀਤੀ ਤੇ ਕਿਉਂ ਨਹੀਂ ਕੀਤੀ? ਇਹ ਜਿਹੜੇ ਬਿਆਨ ਦੇਣੇ ਸਿਰਫ ਲੋਕਾਂ ਨੂੰ, ਔਰ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਕੋਲ ਆਉਂਦੇ ਨੇ ਤੇ ਉਹਨਾਂ ਦੀ ਪਿੱਠ ਥਾਪੜਦੇ ਨੇ ਕਿ ਤੁਸੀਂ ਤਾਂ ਬਹੁਤ ਵਧੀਆ ਕੰਮ ਕੀਤਾ, ਲੋਕ ਕ੍ਰਿਟੀਸਾਈਜ਼ ਕਰ ਰਹੇ ਨੇ, ਆਪਣੇ ਮੰਤਰੀ ਜਿਹੜੇ ਉਹਨਾਂ ਦੀ ਆਲੋਚਨਾ ਕਰ ਰਹੇ ਨੇ ਕਿ ਇਹਨਾਂ ਨੇ ਜਿਹੜੀ ਰਿਪੋਰਟ ਆ, ਹਾਈ ਕੋਰਟ ਉਹਨਾਂ ਦੀ ਆਲੋਚਨਾ ਕਰ ਰਿਹਾ ਔਰ ਉਹਨਾਂ ਦੀ ਰਿਪੋਰਟ ਖਾਰਜ ਕਰਕੇ ਵਗਾ ਕੇ ਬਾਹਰ ਸੁੱਟ ਦਿੰਦਾ, ਤੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਇਹਨਾਂ ਨੇ ਤਾਂ ਬਹੁਤ ਵਧੀਆ ਕੰਮ ਕੀਤਾ। ਜਦੋਂ ਉਹਨਾਂ ਦੇ ਆਪਣੇ ਐਡਵੋਕੇਟ ਜਨਰਲ, ਜਿਨ੍ਹਾਂ ਨੇ ਉਹਨਾਂ ਕੇਸਾਂ ਦੇ ਵਿੱਚ ਅਪੀਲ ਹੋਣਾ ਸੀ ਔਰ ਕਈ ਕੇਸਾਂ ਦੇ ਵਿੱਚ ਉਹ ਖੁਦ ਦਿਲਚਸਪੀ ਨਹੀਂ ਲੈਂਦੇ, ਤੇ ਉਹਨਾਂ ਦੇ ਅਸਤੀਫੇ ਦੀ ਮੰਗ ਆਉਂਦੀ ਤੇ ਉਹਨਾਂ ਦਾ ਬਚਾਅ ਕਰਦੇ ਆ। ਉਹਨਾਂ ਸਾਰੇ ਵਿਅਕਤੀਆਂ ਦਾ ਬਚਾਅ ਕੀਤਾ ਜਾਂਦਾ ਜਿਹੜੇ ਉਸ ਰਿਪੋਰਟ ਦੇ ਨਾਲ ਜਾਂ ਉਸ ਜਾਂਚ ਦੇ ਨਾਲ ਸਿੱਧੇ ਤੌਰ ਤੇ ਸ਼ਾਮਲ ਸੀ ਜਾਂ ਸੰਬੰਧ ਰੱਖਦੇ ਸੀ। ਤੇ ਫਿਰ ਤੁਸੀਂ ਆਪ ਸੋਚੋ ਰੰਧਾਵਾ ਜੀ ਕਿ ਲੋਕਾਂ ਨੂੰ ਸ਼ੱਕ ਕਿਉਂ ਨਾ ਹੋਵੇ। ਔਰ ਜਿੱਥੋਂ ਤੱਕ ਤੁਸੀਂ ਗੱਲ ਕਰ ਰਹੇ ਹੋ ਰੇਤਾ ਬਜਰੀ ਟਰਾਂਸਪੋਰਟ ਮਾਫੀਆ ਜਾਂ ਜਿਸ ਤਰ੍ਹਾਂ ਦਾ ਵੀ ਮਾਫੀਆ ਇੱਥੇ ਚੱਲਦਾ,
ਤੁਸੀਂ ਦੇਖੋ ਲਿਕਰ ਮਾਫੀਆ, ਇਹਨਾਂ ਗੱਲਾਂ ਨੂੰ, ਇਹਨਾਂ ਚੀਜ਼ਾਂ ਨੂੰ ਮੁੱਦੇ ਬਣਾ ਕੇ ਹੀ ਕਾਂਗਰਸ ਜਿਹੜੀ ਆ ਉਹ ਸੱਤਾ ਚ ਆਉਂਦੀ ਆ ਥਾਂ ਥਾਂ ਤੇ। ਉਹ ਤਾਂ ਚਲੋ ਆਪਾਂ ਨੂੰ ਤਾਂ ਹਜੇ ਇਹ ਕਹਿਣਾ ਹੈ ਔਰ ਆਪਾਂ ਕਹਿਣਾ ਚਾਹੀਦਾ ਕਿ ਹਜੇ ਤੱਕ ਕਿਸੇ ਦਾ ਪਤਾ ਨਹੀਂ ਲੱਗਿਆ, ਲੇਕਿਨ ਇਹਨਾਂ ਨੇ, ਤੁਸੀਂ ਸਾਰੇ ਭਾਸ਼ਣ ਸੁਣ ਲਓ, ਇਹਨਾਂ ਨੇ ਸਿੱਧੇ ਤੇ ਸਿੱਧੇ ਤੌਰ ਤੇ ਅਕਾਲੀਆਂ ਤੇ ਇਹ ਇਲਜ਼ਾਮ ਲਾਏ ਸੀ ਕਿ ਅਕਾਲੀ ਹੈ ਜਿਹੜੇ ਉਹ ਟਰਾਂਸਪੋਰਟ ਮਾਫੀਆ ਚਲਾਉਂਦੇ ਨੇ, ਅਕਾਲੀ ਹੀ ਰੇਤਾ ਬਜਰੀ ਦਾ ਜਿਹੜਾ ਮਾਫੀਆ ਚਲਾਉਂਦੇ ਨੇ। ਲੇਕਿਨ ਉਸ ਤੋਂ ਬਾਅਦ ਜਾਂਚ ਨਹੀਂ ਹੁੰਦੀ, ਕੋਈ ਦੋਸ਼ ਸਾਬਿਤ ਨਹੀਂ ਹੁੰਦੇ। ਇੱਥੋਂ ਪਤਾ ਲੱਗਦਾ ਕਿ ਸਿਰਫ ਤੇ ਸਿਰਫ ਸੱਤਾ ਦੇ ਵਿੱਚ ਆਉਣ ਲਈ ਇਹਨਾਂ ਨੇ ਕੀਤਾ, ਕਿਉਂਕਿ ਜਿੰਨੀ ਦੇਰ ਤੱਕ ਇਹ ਜਾਂਚ ਕਰਕੇ ਤੁਸੀਂ ਕਿਸੇ ਨੂੰ ਦੋਸ਼ੀ ਨਹੀਂ ਸਿੱਧ ਕਰਦੇ, ਉਹਨਾਂ ਚਿਰ ਇਦਾਂ ਲੱਗਦਾ ਕਿ ਪੋਲੀਟੀਕਲ ਮਸਲੇ ਆ। ਹੁਣ ਮੈਂ ਤੁਹਾਨੂੰ ਇਹਦੇ ਨਾਲ ਇੱਕ ਹੋਰ ਐਗਜ਼ਾਮਪਲ ਵੀ ਦੇ ਦਿੰਦਾ, ਜਿਹਦੀ ਆਪਾਂ ਅੱਗੇ ਵੀ ਜਿਹੜਾ ਜ਼ਿਕਰ ਕੀਤਾ ਸੀ, ਉਹ ਸੀਗਾ ਅਰਵਿੰਦ ਕੇਜਰੀਵਾਲ ਦਾ। ਤੁਹਾਨੂੰ ਪਤਾ ਕਿਸ ਤਰ੍ਹਾਂ ਮਾਝੇ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਬੋਰਡ ਲੱਗ ਗਏ ਸੀ, ਬੋਰਡ ਲੱਗ ਗਏ ਸੀ ਕਿ ਦੇਖੋ ਜੀ ਇਹ ਬਿਕਰਮ ਸਿੰਘ ਮਜੀਠੀਆ ਦੇ ਨਾਂ ਦੇ ਬੋਰਡ ਲੱਗੇ ਸੀ। ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਇਹਨਾਂ ਤੇ ਕੇਸ ਕੀਤਾ, ਇਹਨਾਂ ਤੇ ਦਾਅਵਾ ਕੀਤਾ, ਤੇ ਚੁੱਪ ਚਪੀਤੇ ਸਨ 2017 ਦੇ ਇਲੈਕਸ਼ਨਾਂ ਤੋਂ ਬਾਅਦ ਉਹ ਮਾਫੀ ਮੰਗੇ ਔਰ ਆਪਣੀ ਲੋਕਲ ਲੀਡਰਸ਼ਿਪ ਨੂੰ ਅਰਵਿੰਦ ਕੇਜਰੀਵਾਲ ਹੋਣਾ ਨੇ ਕੌਨਫੀਡੈਂਸ 'ਚ ਵੀ ਨਹੀਂ ਲਿਆ। ਔਰ ਇਸ ਗੱਲ ਦੀ ਆਲੋਚਨਾ ਹੋਈ ਸੀ। ਔਰ ਰੰਧਾਵਾ ਜੀ ਤੁਸੀਂ ਦੇਖੋ ਹੁਣ ਜਿਹੜੀਆਂ ਸਨ 2022 ਦੀਆਂ ਚੋਣਾਂ ਆਉਣੀਆਂ, ਇਹਦੇ ਵਿੱਚ ਇਹ ਦੁਬਾਰਾ ਮੁੱਦਾ ਉੱਠਣਾ ਕਿ ਤੁਸੀਂ ਜਿਹੜੇ ਸਟੇਜਾਂ ਤੇ ਚੜ੍ਹ ਕੇ ਇੰਨਾ ਖੁੱਲ ਕੇ ਬੋਲਦੇ ਸੀ ਕਿ ਫਲਾਂ ਜਾਂ ਬਿਕਰਮ ਮਜੀਠੀਆ ਇਹਦੇ ਵਿੱਚ ਸ਼ਾਮਲ ਆ, ਤੁਸੀਂ ਚੁੱਪ ਚਪੀਤੇ ਉਹਨਾਂ ਤੋਂ ਮਾਫੀ ਮੰਗੇ। ਕਿਉਂ ਮਾਫੀ ਮੰਗੇ? ਅਸੀਂ ਹਾਂ ਬਿਲਕੁਲ ਠੀਕ ਹੈ, ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕਦੇ ਵੀ ਸਾਹਮਣੇੋਂ ਸਿੱਧਾ ਦੋਸ਼ ਨਹੀਂ ਲਾਉਂਦੇ। ਜੋ ਤੱਥ ਹੁੰਦੇ ਆ, ਮੈਂ ਰਿਪੀਟ ਕਰਦਿਆਂ, ਕੇਜਰੀਵਾਲ ਨੇ ਫੇਸ ਕੀਤਾ ਉਸ ਮੁਕੱਦਮੇ ਨੂੰ ਤੇ ਉਹਦੇ ਵਿੱਚੋਂ ਉਹ ਮਾਫੀ ਮੰਗ ਕੇ ਬਾਹਰ ਚਲੇ ਗਏ। ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਕੋਈ ਦੋਸ਼ੀ ਹੋ ਗਿਆ। ਸਵਾਲ ਇਹ ਹੈ ਕਿ ਦੋਸ਼ੀ ਸਿਸਟਮ ਦੇ ਵਿੱਚ ਜੋ ਵੀ ਆ ਉਹਨੂੰ ਕਟਹਿਰੇ ਚ ਲਿਆਓ, ਜੋ ਵੀ ਆ ਉਹ ਕਿਸੇ ਕਾਂਗਰਸੀ ਆ, ਉਹ ਅਕਾਲੀ ਆ, ਉਹ ਆਮ ਆਦਮੀ ਪਾਰਟੀ ਦਾ ਜਾਂ ਕੋਈ ਅਫਸਰ ਹੈ, ਉਹਨਾਂ ਸਾਰਿਆਂ ਨੂੰ ਕਟਹਿਰੇ ਚ ਲਿਆਓ ਤਾਂ ਕਿ ਸਮਾਜ ਬਚਿਆ ਰਵੇ। ਮੈਂ ਇਸ ਤੋਂ ਅੱਗੇ ਚੱਲਾਂ। ਮਨਪ੍ਰੀਤ ਜੀ, ਬੜਾ ਅਹਿਮ ਸਵਾਲ ਆ। ਕੁੰਵਰ ਵਿਜੇ ਪ੍ਰਤਾਪ ਸਿੰਘ ਨਿੱਜੀ ਤੌਰ ਤੇ ਮੇਰੇ ਪਸੰਦੀਦਾ ਪੁਲਿਸ ਅਫਸਰ ਰਹੇ ਨੇ, ਅਸੀਂ ਤਾਂ ਅੱਜ ਵੀ ਉਹਨਾਂ ਨੂੰ ਮੰਨਦੇ ਹਾਂ। ਇਮਾਨਦਾਰ ਛਵੀ ਹੈ, ਕੰਮ ਕਰਨ ਦਾ ਸਟਾਈਲ ਬੜਾ ਪ੍ਰੋਫੈਸ਼ਨਲ ਹੈ। ਲੇਕਿਨ ਜਿਹੜਾ ਦੋਸ਼ ਇਸ ਵਾਰੀ ਲੱਗ ਰਿਹਾ, ਉਹ ਦੋਸ਼ ਦਾ ਜਵਾਬ ਦੇਣਾ ਬਣਦਾ ਹੈ ਕਿ ਬੇਅਦਬੀ ਮਾਮਲਿਆਂ ਦੇ ਵਿੱਚ ਜਿਸ ਤਰ੍ਹਾਂ ਦੀ ਜਾਂਚ ਹੋਈ ਔਰ ਜਿਵੇਂ ਰੱਦ ਹੋਈ, ਇਹਨੂੰ ਸਭ ਨੂੰ ਪਾਸੇ ਕਰ ਦਈਏ। ਲੇਕਿਨ ਜਿਵੇਂ ਉਹ ਦੇਰੀ ਨਾਲ, ਹਾਲਾਂਕਿ ਕੁੰਵਰ ਵਿਜੇ ਪ੍ਰਤਾਪ ਦਾ ਇਹ ਦੋਸ਼ ਕਿ ਮੈਨੂੰ ਜਿਹੜਾ ਉਹਨਾਂ ਦਾ ਐਲਏ ਆ ਜਾਂ ਜਿਹੜਾ ਹੈਗਾ ਲੀਗਲ ਐਡਵਾਈਜ਼ਰ ਹੁੰਦੇ ਇਹਨਾਂ ਦੇ, ਉਹਨਾਂ ਨੇ ਸਪੋਰਟ ਨਹੀਂ ਕੀਤਾ। ਅਦਾਲਤੀ ਪ੍ਰਕਿਰਿਆਵਾਂ ਦੇ ਵਿੱਚ ਉਹਨਾਂ ਨੂੰ ਉਲਝਾਇਆ ਗਿਆ, ਉਹਨਾਂ ਨੂੰ ਵਕੀਲਾਂ ਨੇ ਸਾਥ ਨਹੀਂ ਸਰਕਾਰਦਿਆਂ ਨੇ ਦਿੱਤਾ। ਪਰ ਇੱਕ ਸਵਾਲ ਉੱਠਦਾ ਹੈ ਕਿ ਫਿਰ ਵੀ ਸਾਲਾਂ ਤੱਕ ਇਹ ਜਾਂਚ ਲਟਕੀ। ਉਹ ਇਕੱਲੇ ਹੀ ਇਹ ਜਾਂਚ ਕਰ ਰਹੇ ਸੀ, ਬਾਕੀ ਸਾਰੇ ਮੈਂਬਰ ਜਾ ਚੁੱਕੇ ਸੀਗੇ, ਕੈਪਟਨ ਅਮਰਿੰਦਰ ਸਿੰਘ ਤੇ ਉਹ, ਤੇ ਤੀਜੇ ਪੰਜਾਬ ਦੇ ਪੁਲਿਸ ਪ੍ਰਮੁੱਖ, ਤੇ ਚੌਥੇ ਜਿਹੜੇ ਇਹਨਾਂ ਦੇ ਲੀਗਲ ਹੈਡ ਨੇ। ਇਹਨਾਂ ਚਾਰ ਦੇ ਵਿੱਚ ਇਹ ਸਾਰੀ ਗੱਲ ਸੀ। ਫਿਰ ਦੋਸ਼ ਆਉਂਦਾ ਹੈ ਕਿ ਕਿਤੇ ਇਹ ਲੋਕ ਕਿਉਂ ਨਾ ਕਹਿਣ ਕਿ ਕੇਜਰੀਵਾਲ ਨੂੰ ਇਸ ਸਾਰੀ ਕਵਾਇਦ ਵਿੱਚ ਫਾਇਦਾ ਪਹੁੰਚਾਉਣ ਲਈ ਇੱਥੋਂ ਤੱਕ ਲਿਆਂਦਾ ਗਿਆ। ਕੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੋਸ਼ੀ ਹੈ ਨੇ? ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਆਮ ਆਦਮੀ ਪਾਰਟੀ ਜੁਆਇਨ ਕਰਨਾ, ਕੀ ਇਹ 2 ਸਾਲ ਪਹਿਲਾਂ ਲਿਖੀ ਗਈ ਸਕ੍ਰਿਪਟ ਤਹਿਤ ਸੀ? ਕੀ ਕੇਜਰੀਵਾਲ ਨੂੰ ਬੇਅਦਬੀ ਮਾਮਲਿਆਂ ਦਾ ਮੁੱਦਾ ਜਿਉਂਦਾ ਰੱਖਣ ਲਈ ਪ੍ਰੋਮਿਸ ਕੀਤਾ ਗਿਆ ਸੀ? ਕੀ ਬੇਅਦਬੀ ਮਾਮਲਿਆਂ ਤੇ ਕੱਲੇ ਕੇਜਰੀਵਾਲ ਦੁੱਧ ਧੋਤੇ ਨਜ਼ਰ ਆਉਣਗੇ ਕਿ ਇਹ ਦੋਵੇਂ ਧਿਰਾਂ ਇਨਸਾਫ ਦੇਣ ਚ ਨਾਕਾਮ ਰਹੀਆਂ ਨੇ? ਅਸੀਂ ਇਨਸਾਫ ਦੇਵਾਂਗੇ ਕਿ ਇਹਦਾ ਆਧਾਰ, ਇਹਦੀ ਪਿੱਠ ਭੂਮੀ ਦੇ ਵਿੱਚ ਉਹ ਜਾਂਚ ਦਾ ਸਲੋ ਚੱਲਣਾ ਵੀ ਆ। ਇਹ ਬੜਾ ਵੱਡਾ ਸਵਾਲ ਆ। ਇਹਦੇ ਤੇ ਤੁਹਾਡੀ ਮੈਂ ਟਿੱਪਣੀ ਚਾਹੂੰਗਾ ਕਿ ਕੀ ਲੋਕ ਇਹ, ਜਿਸ ਤਰੀਕੇ ਨਾਲ ਮੈਨੂੰ ਕਿਹਾ ਗਿਆ ਕਿ ਤੁਸੀਂ ਡੀ ਟਰੈਕ ਹੁੰਨੇ ਹੋ, ਤੁਸੀਂ ਚੀਜ਼ਾਂ ਨੂੰ ਹੋਰ ਖੋਲ ਕੇ ਦੇਖੋ, ਤੋੜ ਕੇ ਦੇਖੋ ਤੇ ਉਹਦੇ ਵਿੱਚੋਂ ਕੀ ਨਿਕਲਦਾ ਹੈ, ਕਿਹਨੂੰ ਫਾਇਦਾ ਮਿਲ ਰਿਹਾ, ਕੌਣ ਇਹਦਾ ਕਿੰਗ ਪਿਨ ਹੈ, ਕੌਣ ਇਹਨੂੰ ਦੇਖ ਰਿਹਾ, ਇਹ ਸਾਰੀ ਚੀਜ਼ਾਂ ਨੂੰ ਕਿਵੇਂ ਤੁਸੀਂ ਦੇਖਦੇ ਹੋ? ਕੁੰਵਰ ਵਿਜੇ ਪ੍ਰਤਾਪ ਸਿੰਘ ਆਈਪੀਐਸ ਆਫੀਸਰ, ਇਹਨਾਂ ਦਾ 22 ਸਾਲ ਦਾ ਲਗਭਗ ਪੁਲਿਸ ਕਰੀਅਰ ਆ, ਠੀਕ ਹੈ ਜੀ। ਔਰ ਇਹਨਾਂ 22 ਸਾਲਾਂ ਦੇ ਵਿੱਚ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਜਾਂਚਾਂ ਕੀਤੀਆਂ ਹੋਣੀਆਂ, ਆਈਓ ਬਣੇ ਹੋਣੇ ਆ, ਔਰ ਕਈ ਤਰ੍ਹਾਂ ਦੀਆਂ ਇਹਨਾਂ ਨੇ ਰਿਪੋਰਟਾਂ ਜਿਹੜੀਆਂ ਆਪਣੇ ਮਹਿਕਮੇ ਨੂੰ ਜਾ ਕੇ ਦਿੱਤੀਆਂ ਹੋਣੀਆਂ। ਤੁਸੀਂ ਇੱਕ ਚੀਜ਼ ਦੱਸੋ ਰੰਧਾਵਾ ਜੀ, ਇੱਕ ਰਿਪੋਰਟ, ਇੱਕ ਜਾਂਚ ਇਹਨਾਂ ਨੂੰ, ਬੜੀ ਅਹਿਮ ਜਾਂਚ ਜਿਹੜੀ ਪੰਜਾਬ ਦੇ ਲੋਕਾਂ ਵਾਸਤੇ ਔਰ ਪੰਜਾਬ ਲਈ ਬਹੁਤ ਅਹਿਮ ਸੀ, ਉਹ ਸੌਂਪੀ ਜਾਂਦੀ ਆ। ਲੇਕਿਨ ਜਦੋਂ ਇਹ ਜਾਂਚ ਕੰਪਲੀਟ ਹੋ ਜਾਂਦੀ ਹੈ ਤੇ ਇਹਨਾਂ ਦੀ ਰਿਪੋਰਟ ਰਿਜੈਕਟ ਹੋ ਜਾਂਦੀ ਹੈ, ਤੁਸੀਂ ਮੈਨੂੰ ਇਹ ਦੱਸੋ ਕਿ ਕਦੇ ਕੋਈ ਪੁਲਿਸ ਆਫੀਸਰ ਇਸ ਗੱਲ ਕਰਕੇ ਕਿ ਮੇਰੀ ਜਾਂਚ ਰਿਪੋਰਟ ਐਕਸੈਪਟ ਨਹੀਂ ਹੋਈ ਤੇ ਮੈਂ ਅਸਤੀਫਾ ਦਿੰਨਾ? ਕਿੰਨੇ ਪੁਲਿਸ ਆਫੀਸਰ ਆ ਜਿਹੜੇ ਆਪਣੀ ਰੂਟੀਨ ਦੇ ਵਿੱਚ, ਪੂਰੇ ਪੁਲਿਸ ਕਰੀਅਰ ਦੇ ਵਿੱਚ, ਉਹ ਕਈ ਤਰ੍ਹਾਂ ਦੀਆਂ ਜਾਂਚਾਂ ਕਰਦੇ ਨੇ, ਕਈ ਰਿਪੋਰਟਾਂ ਉਹਨਾਂ ਦੀ ਐਕਸੈਪਟ ਹੁੰਦੀਆਂ ਤੇ ਕਈ ਉਹਨਾਂ ਦੀਆਂ ਰਿਜੈਕਟ ਹੁੰਦੀਆਂ। ਲੇਕਿਨ ਕੋਈ ਇਹ ਹੱਠ ਧਰਮੀ ਕਰਕੇ ਨਹੀਂ ਬੈਠ ਲੈਂਦਾ ਕਿ ਕਿਉਂਕਿ ਰਿਪੋਰਟ ਨਹੀਂ ਹੋਈ,
ਐਕਸੈਪਟ ਤੇ ਮੈਂ ਤਾਂ ਜੀ ਰਿਜ਼ਾਈਨ ਕਰੂੰਗਾ। ਇੱਥੋਂ ਇੱਕ ਤਰ੍ਹਾਂ ਦਾ ਤੁਹਾਨੂੰ ਲੱਗਦਾ ਨਹੀਂ, ਇੱਕ ਤਰ੍ਹਾਂ ਦਾ ਬਾਇਸ ਵੀ ਕਿਤੇ ਨਾ ਕਿਤੇ ਨਹੀਂ ਝਲਕਦਾ? ਜਦੋਂ ਹਾਈ ਕੋਰਟ ਇਹ ਕਹਿੰਦਾ, ਜਿੱਦਣ ਰਿਪੋਰਟ ਦਿੰਦੀ ਉਹਨਾਂ ਨੇ ਪੜ੍ਹੀ ਆ ਤੇ ਉਹ ਤੇ ਆਪਣੀ ਜਿਹੜੀ ਆ ਆਦੇਸ਼ ਦਿੱਤਾ, ਆਰਡਰ ਦਿੱਤਾ, ਔਰ ਆਰਡਰ ਦੇਣ ਤੋਂ ਬਾਅਦ ਉਹਨਾਂ ਨੇ ਇਹ ਰਿਪੋਰਟ ਰਿਜੈਕਟ ਕੀਤੀ, ਤੇ ਉਹਨਾਂ ਨੇ ਇਹ ਗੱਲ ਕਹੀ ਆ। ਔਰ ਜਿਹੜੀ ਬਿਕਰਮ ਮਜੀਠੀਆ ਵੀ ਆਪਣੀਆਂ ਗੱਲਾਂ ਦੇ ਵਿੱਚ ਉਠਾਉਂਦੇ ਨੇ ਕਿ ਤੁਹਾਡਾ ਕਿਤੇ ਨਾ ਕਿਤੇ ਸਾਰਾ ਪੋਲੀਟੀਕਲੀ ਮੋਟੀਵੇਟਡ ਲੱਗਦਾ। ਥੋੜੀ ਜਿਹੀ ਮੈਂ ਇੱਕ ਟੈਕਨੀਕਲ ਗੱਲ ਦੱਸੂਗਾ ਇਹਦੇ ਵਿੱਚ, ਉਹ ਜ਼ਰੂਰੀ ਆ। ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਇੰਨਾ ਲੰਬਾ ਕੈਰੀਅਰ ਆ, ਇੰਨੇ ਐਕਸਪੀਰੀਅੰਸ ਪੁਲਿਸ ਆਫੀਸਰ ਆ। ਹਾਈ ਕੋਰਟ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਫਰੀਦਕੋਟ ਦੀ ਅਦਾਲਤ ਨੂੰ ਇਹ ਲਿਖ ਕੇ ਕਹਿੰਦੇ ਹੋ ਕਿ ਫਲਾਣੇ ਜੱਜ ਨੂੰ ਬਦਲੀ ਕਰ ਦਿਓ, ਉਸ ਤੇ ਕੇਸ ਦੇ ਉਹਦੇ ਕੋਲੇ ਬਾਦਲਾਂ ਦਾ ਜਿਹੜਾ ਕੇਸ ਆ ਉਹ ਨਾ ਜਿਹੜਾ ਹੈਗਾ ਉਹਨਾਂ ਕੋਲੋਂ ਸੁਣਵਾਈ ਹੋਵੇ ਉਹਨਾਂ ਕੋਲੇ, ਕਿਉਂਕਿ ਉਹਨਾਂ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਦੇ ਰਿਸ਼ਤੇ ਨੇ। ਪਹਿਲੀ ਗੱਲ ਤਾਂ ਉਹਨਾਂ ਨੂੰ ਜਾਂਚ ਅਫੀਸਰ ਇਹ ਅਧਿਕਾਰ ਨਹੀਂ ਹੈ ਕਿ ਕੋਈ ਉਹ ਐਡਮਿਨਿਸਟ੍ਰੇਟਿਵ ਜਾਂ ਪ੍ਰਸ਼ਾਸਨਿਕ ਪੱਤਰ ਸਿੱਧੇ ਤੌਰ ਤੇ ਲਿਖ ਕੇ ਉਹਨਾਂ ਨੂੰ ਇਹ ਹੁਕਮ ਦੇਵੇ ਇਹਨਾਂ ਤੋਂ ਵਾਪਸ ਲੈ ਲਓ। ਸੋ ਇਸ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਗੱਲਾਂ ਉਹਦੇ ਵਿੱਚ ਜਿਹੜੀਆਂ ਪਾਈਆਂ ਗਈਆਂ ਨੇ, ਜਿਹੜੀਆਂ ਹਾਈ ਕੋਰਟ ਨੇ ਉਸ ਰਿਪੋਰਟ ਨੂੰ ਖਾਰਜ ਕੀਤਾ। ਹੁਣ ਮੈਂ ਵਾਪਸ ਆਉਣਾ, ਜਿਸ ਦੀ ਗੱਲ ਤੁਸੀਂ ਕਹੀ ਹੈ ਕਿ ਕਿਤੇ ਨਾ ਕਿਤੇ ਕੀ ਅਰਵਿੰਦ ਕੇਜਰੀਵਾਲ ਦੇ ਨਾਲ ਇਹਨਾਂ ਦੀ ਕਿਸੇ ਤਰ੍ਹਾਂ ਦੀ ਕੋਈ ਸਾਜ਼ਿਸ਼ ਸੀ, ਜਾਂ ਉਹਨਾਂ ਨੇ ਪਹਿਲਾਂ ਕੋਈ ਸਾਜ਼ਿਸ਼ ਰਚੀ ਕਿ ਤੁਸੀਂ ਇਸ ਤਰ੍ਹਾਂ ਦਾ ਕੋਈ ਕੰਮ ਕਰੋ, ਉਸ ਤੋਂ ਬਾਅਦ ਅਸੀਂ ਤੁਹਾਨੂੰ ਜਿਹੜਾ ਵਾਪਸ ਆਪਣੀ ਪਾਰਟੀ ਦੇ ਵਿੱਚ ਕਿਸ ਟਾਈਮ ਲੈ ਕੇ ਆਵਾਂਗੇ ਤੇ ਇਹਦਾ ਰਾਜਨੀਤਿਕ ਫਾਇਦਾ ਅਸੀਂ ਪੰਜਾਬ 'ਚ ਉਠਾਵਾਂਗੇ। ਰੰਧਾਵਾ ਜੀ, ਜਿੱਥੇ ਤੱਕ ਮੇਰਾ ਖਿਆਲ ਹੈ, ਮੈਨੂੰ ਇਸ ਤਰ੍ਹਾਂ ਦੀ ਕੋਈ ਗੱਲ ਲੱਗਦੀ ਨਹੀਂ ਹੈ। ਇਹ ਠੀਕ ਹੈ, ਕਿਆਸੇ ਲਾਏ ਜਾ ਸਕਦੇ ਨੇ ਬੜਾ ਕੁਛ, ਲੇਕਿਨ ਇਹ ਜਿਹੜੀਆਂ ਗਤੀਵਿਧੀਆਂ, ਕਿਉਂਕਿ ਪਹਿਲਾਂ ਤੋਂ ਹੀ ਇਸ ਤਰ੍ਹਾਂ ਦਾ ਕਰਨਾ, ਕਿਉਂਕਿ ਜੇ ਇਹਨਾਂ ਦਾ ਫਾਇਦਾ ਚੱਕਣਾ ਹੁੰਦਾ ਤੇ ਫਿਰ ਕਾਂਗਰਸ ਫਾਇਦਾ ਚੱਕਦੀ, ਜਾਂ ਕੋਈ ਹੋਰ ਪੋਲੀਟੀਕਲ ਜਿਹੜੀ ਪਾਰਟੀ ਜਿਹੜੀ ਜਾਂ ਸੱਤਾ 'ਚ ਆ ਜਾਂ ਜਿਹੜੀ ਇਸ ਟਾਈਮ ਪਾਵਰ 'ਚ ਆ। ਹਾਲਾਂਕਿ ਆਮ ਆਦਮੀ ਪਾਰਟੀ ਆਪੋਜੀਸ਼ਨ ਪਾਰਟੀ ਆ, ਔਰ ਰੰਧਾਵਾ ਜੀ ਸਾਨੂੰ ਇਹ ਵੀ ਪਤਾ ਕਿ ਇਹ ਅਫੀਸ਼ੀਅਲੀ ਆਪੋਜੀਸ਼ਨ ਪਾਰਟੀ ਹੋਣ ਦੇ ਬਾਵਜੂਦ ਹਮੇਸ਼ਾ ਹੀ ਲੋਕੀ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ ਹੀ ਆਪੋਜੀਸ਼ਨ ਪਾਰਟੀ ਮੰਨਦੇ ਆ ਰਹੇ ਆ। ਕਿਤੇ ਇਹਨਾਂ ਨੇ ਆਪਣੀ ਜਿਹੜੀ ਸਪੇਸ ਆ, ਜਿਹੜੀ ਇਹਨਾਂ ਨੂੰ ਲੈਣੀ ਚਾਹੀਦੀ ਸੀ, ਉਹ ਕਿਸੇ ਨਾ ਕਿਸੇ ਕਾਰਨ ਲੈ ਨਹੀਂ ਸਕੇ। ਚਾਹੇ ਐਚ.ਐਸ. ਫੁਲਕਾ ਸੀ, ਐਚ.ਐਸ. ਫੁਲਕਾ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਆਏ, ਤੇ ਹੁਣ ਤੁਹਾਨੂੰ ਪਤਾ ਹਰਪਾਲ ਸਿੰਘ ਚੀਮਾ, ਉਹ ਆਪਣਾ ਰੋਲ ਹੋ ਸਕਦਾ ਬਹੁਤ ਬਖੂਬੀ ਨਿਭਾਉਂਦੇ ਹੁਣ, ਲੇਕਿਨ ਜਿਹੜੇ ਲੋਕਾਂ ਦੀ ਸਾਈਕੀ ਦੇ ਵਿੱਚ ਕਿਤੇ ਨਾ ਕਿਤੇ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਜਾਂ ਭਾਜਪਾ ਹੀ ਆਪੋਜੀਸ਼ਨ ਪਾਰਟੀ ਵਜੋਂ ਉੱਭਰ ਕੇ ਆਏ ਨੇ, ਕਿਉਂਕਿ ਪਾਰਟੀ ਦੇ ਵਿੱਚ, ਆਮ ਆਦਮੀ ਪਾਰਟੀ ਦੇ ਵਿੱਚ ਖਿਲਾਰਾ ਬਹੁਤ ਪੈ ਗਿਆ। ਉਹਨਾਂ ਨੂੰ ਲੱਗਦਾ ਕਿ ਇਹ ਆਪਸ 'ਚ ਖਿਲਰੇ ਫਿਰਦੇ ਆ, ਜੁੜਦੇ ਨਹੀਂ ਆ। ਔਰ ਵਿਧਾਨ ਸਭਾ ਦੇ ਵਿੱਚ ਜਿਸ ਤਰ੍ਹਾਂ ਦੀ, ਇਹ ਵੀ ਹੋ ਸਕਦਾ ਕਿਉਂਕਿ ਪਹਿਲੀ ਵਾਰੀ ਬਣੇ ਆ, ਇਨਐਕਸਪੀਰੀਅੰਸ ਵੀ ਹੋ ਸਕਦਾ, ਸ਼ਾਇਦ ਇਹਨਾਂ ਨੂੰ ਉਹਨਾਂ ਤਜਰਬਾ ਨਾ ਹੋਵੇ। ਜਦੋਂ ਅਗਲੀ ਵਾਰੀ ਜੇ ਵੱਧ ਸੀਟਾਂ ਲੈ ਕੇ ਆਉਂਦੇ ਆ ਤਾਂ ਹੋ ਸਕਦਾ ਇਹਨਾਂ ਨੂੰ ਵੱਧ ਤਜਰਬਾ ਹੋਵੇ। ਖੈਰ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਜਿਸ ਤੱਕ ਆਪਸੀ ਸਾਜ਼ਿਸ਼ ਦਾ ਸਵਾਲ ਆ, ਮੈਨੂੰ ਲੱਗਦਾ ਨਹੀਂ ਹੈ, ਕਿਉਂਕਿ ਮੇਰੇ ਹਜੇ ਮੈਂ ਸਾਰਾ ਪਾਸੇ ਸੋਚ ਕੇ ਕਿ ਇਹਨਾਂ ਨੇ ਕੋਈ ਇਹੋ ਜਿਹੀ ਅੱਜ ਇਹਨਾਂ ਨੂੰ ਬਣਾਇਆ ਹੋਵੇ। ਹਾਲਾਂਕਿ ਇੱਕ ਖਾਸ ਪਾਰਟੀ ਦਾ ਇਹ ਵੀ ਪਤਾ, ਤੁਸੀਂ ਜਿਸ ਤਰ੍ਹਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਤੇ ਇਹ ਵੀ ਦੋਸ਼ ਲੱਗਦੇ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਉਹਨਾਂ ਨੂੰ ਇਹ ਜਿਹੜਾ ਅੰਮ੍ਰਿਤਸਰ ਡਿਸਟ੍ਰਿਕਟ ਹੋਵੇ ਜਾਂ ਮਾਝਾ ਹੋਵੇ, ਉੱਥੇ ਅਕਸਰ ਉਹਨਾਂ ਨੂੰ ਪੋਸਟਿੰਗਾਂ ਦਿਵਾਉਂਦੇ ਰਹਿੰਦੇ ਆ। ਇਸ ਦੋਸ਼ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਜਾਂ ਨਹੀਂ ਹੈ, ਉਹ ਇਹਨਾਂ ਦਾ ਮਹਿਕਮਾ ਜਾਣਦਾ ਹੋਊਗਾ ਜਾਂ ਜਿਹੜੇ ਲੋਕ ਜਾਣਦੇ ਹੋਣਗੇ। ਲੇਕਿਨ ਇਹ ਗੱਲ ਜ਼ਰੂਰ ਆ ਕਿ ਜੀ ਮਨਪ੍ਰੀਤ ਜੀ, ਮੈਂ ਕੁੰਵਰ ਵਿਜੇ ਪ੍ਰਤਾਪ ਦਾ ਮੈਂ ਪਹਿਲਾਂ ਵੀ ਕਿਹਾ ਕਿ ਮੈਂ ਉਹਨਾਂ ਦਾ ਪ੍ਰਸ਼ੰਸਕ ਰਿਹਾ ਹੈ, ਉਹਨਾਂ ਦੇ ਕੰਮ ਕਰਨ ਦੇ ਤਰੀਕਿਆਂ ਦਾ, ਕਿ ਉਹ ਬੜੇ ਪ੍ਰੋਫੈਸ਼ਨਲ ਤੌਰ ਤਰੀਕਿਆਂ ਨਾਲ ਕ੍ਰਾਈਮ ਦੇ ਖਿਲਾਫ ਲੜਦੇ ਰਹੇ ਆ। ਮੈਂ ਉਹਨਾਂ ਨੂੰ ਪਠਾਨਕੋਟ ਦੇ ਵਿੱਚ ਜਦੋਂ ਟੈਰਰ ਅਟੈਕ ਆਉਂਦਾ ਹੈ ਤੇ ਉਹਦੇ ਵਿੱਚ ਆਰਮੀ ਦੀ ਡਰੈਸ ਵਿੱਚ ਵੀ ਲੜਦਿਆਂ ਦੇਖਿਆ। ਬੜੇ ਜਾਂਬਾਜ਼ ਨੇ, ਉਹਨਾਂ ਨੇ ਆਪਣੀ ਡਿਊਟੀ ਤਨਦੇਹੀ ਨਾਲ ਕੀਤੀ। ਲੇਕਿਨ ਕਿਉਂਕਿ ਅਸੀਂ ਜਿਸ ਸ਼ੋਬੇ 'ਚ ਆ, ਜਿਸ ਪ੍ਰੋਫੈਸ਼ਨ 'ਚ ਆ, ਜਿਹੜੇ ਸਵਾਲ ਸਾਡੇ ਕੋਲ ਉੱਠਦੇ ਆ, ਸਾਨੂੰ ਬਿਨਾਂ ਕੋਈ ਧਿਰ ਦਾ, ਕਿਸੇ ਪੱਖਪਾਤ ਦਾ, ਸਾਨੂੰ ਉਹ ਉਠਾਉਣੇ ਚਾਹੀਦੇ ਆ। ਅਸੀਂ ਉਹ ਉਠਾ ਰਹੇ ਆ। ਇਹਦੇ 'ਚ ਕਿਸ ਤਰ੍ਹਾਂ ਦੀ ਕਨਸਪੀਰੇਸੀ ਆ, ਇਹ ਦੇਖਣਾ ਜ਼ਰੂਰ ਬਣਦਾ ਹੈ ਕਿ 2015 ਤੋਂ ਲੈ ਕੇ 2021 ਤੱਕ, 2022 ਦੀ ਇਲੈਕਸ਼ਨ ਆ ਗਈ, ਉਦੋਂ ਤੱਕ ਇਹ ਮਸਲਾ ਐਡਰੈਸ ਕਿਉਂ ਨਹੀਂ ਹੋਇਆ, ਔਰ ਕੀ ਜਿਹੜੀ ASIT ਜਿਹਨੇ ਕੱਲ ਜਾਂਚ ਲਈ ਸੁਖਬੀਰ ਨੂੰ 3 ਘੰਟੇ ਬਿਠਾਈ ਰੱਖਿਆ, ਕਿ ਉਹ ਵੀ ਇਹਨੂੰ ਸਿਰੇ ਤੱਕ ਲੈ ਜਾਊ ਕਿ ਨਹੀਂ? ਕਿਉਂਕਿ ਉਹਨਾਂ ਦੇ ਕੱਲ ਇੱਕ ਮੈਂਬਰ ਤਾਂ ਨਹੀਂ ਕਹੂੰਗਾ ਮੈਂ, ਜਿਹੜੇ ਉਹਨਾਂ ਨੇ ਸ਼ਾਮਲ ਕੀਤੇ ਸੀ ਕਾਨੂੰਨੀ ਐਕਸਪਰਟ, ਉਹਨਾਂ ਨੇ ਵੀ ਅਸਤੀਫਾ ਦਿੱਤਾ ਹੈ। ਪੋਲੀਟੀਕਲ ਪ੍ਰੈਸ਼ਰ ਇੰਨਾ ਹੈ ਕਿ ਕਿਸੇ ਅਫਸਰ ਲਈ ਬਹੁਤ ਔਖਾ ਹੈ ਇਹਨੂੰ ਸਿਰੇ ਤੱਕ ਲੈ ਕੇ ਜਾਣਾ। ਕੁੰਵਰ ਵਿਜੇ ਪ੍ਰਤਾਪ ਤੇ ਬਹੁਤ ਦੋਸ਼ ਲੱਗੇ, ਹੁਣ LK ਯਾਦਵ ਤੇ ਦੋਸ਼ ਲੱਗਣੇ ਸ਼ੁਰੂ ਹੋ ਗਏ ਆ। ਅਫਸਰਾਂ ਦੇ ਵੀ ਪਰਿਵਾਰ ਹੁੰਦੇ ਆ, ਸਿਆਸੀ ਲੋਕ ਦੋਸ਼ ਝੱਲਦੇ ਵੀ ਆ ਤੇ ਲਾਉਂਦੇ ਵੀ ਆ, ਉਹ ਆਦੀ ਹੋ ਜਾਂਦੇ ਆ ਬਹੁਤ ਸਾਰੇ ਇਲਜ਼ਾਮਾਂ ਨੂੰ ਸਹਿਣ ਦੇ। ਪਰ ਕਿਉਂਕਿ ਅਫਸਰ ਇੱਕ ਖਾਸ ਤਰ੍ਹਾਂ ਦੇ ਕੰਫਰਟ ਜ਼ੋਨ 'ਚ ਰਹਿੰਦੇ ਆ ਔਰ ਇੱਕ ਖਾਸ ਤਰ੍ਹਾਂ ਦੀ ਧਾਰਾ 'ਚ ਬਹਿੰਦੇ ਆ, ਡਿਸਪਲਿਨ 'ਚ ਰਹਿੰਦੇ ਆ, ਉਹਨਾਂ ਤੇ ਜਦੋਂ ਸਿੱਧੇ ਦੋਸ਼ ਲੱਗਦੇ ਆ ਤੇ ਉਹਨਾਂ ਦਾ ਪਰਿਵਾਰ ਵੀ ਪ੍ਰਭਾਵਿਤ ਹੁੰਦਾ ਤੇ ਉਹਨਾਂ ਦਾ ਕੰਮ ਵੀ ਪ੍ਰਭਾਵਿਤ ਹੁੰਦਾ ਹੈ। ਸੋ ਸਿਆਸਤ ਬਹੁਤ ਗਰਮ ਹੋਣੀ ਆ, ਦੋਸ਼ ਪ੍ਰਤੀ ਦੋਸ਼ ਬਹੁਤ ਤੇਜ਼ੀ ਨਾਲ ਅੱਗੇ ਵਧਣੇ ਆ। ਦੇਖਣਾ ਹੋਊਗਾ ਕਿ ਇਹ ਜਾਂਚ ਸਿਰੇ ਲੱਗਦੀ ਵੀ ਆ ਕਿ ਨਹੀਂ, ਜਾਂ ਇਹ ਲੋਕ ਇਹਨੂੰ ਕਿਸੇ ਕੰਪਲੀਟ ਕਰਨ ਤੱਕ ਜਾਂ ਕਿਸੇ
ਕਿਸੇ ਐਂਡ ਤੱਕ ਲੈ ਕੇ ਜਾਂਦੇ ਆ ਕਿ ਨਹੀਂ, ਮੈਨੂੰ ਅਜੇ ਵੀ ਸ਼ੱਕ ਹੈ। ਜਿਸ ਤਰ੍ਹਾਂ ਦੀ ਜੱਜਮੈਂਟ ਪਈ ਆ, ਜੱਜਮੈਂਟ ਦੇ ਵਿੱਚ ਕਈ ਚੀਜ਼ਾਂ ਕਈਆਂ ਨੂੰ ਫਾਇਦਾ ਪਹੁੰਚਾ ਰਹੀਆਂ, ਜੱਜਮੈਂਟ ਨੂੰ ਚੁਣੌਤੀ ਨਹੀਂ ਦਿੱਤੀ ਗਈ। ਪਹਿਲੀ ਨਜ਼ਰੇ ਮੈਨੂੰ ਲੱਗਦਾ ਕਿ ਅਜੇ ਵੀ ਬਹੁਤ ਸਾਰੀਆਂ ਚੋਰ ਮੋਹਰੀਆਂ ਨੇ, ਲੇਕਿਨ ਸਾਡੇ ਸਵਾਲ ਤਾਂ ਉਠਾਉਣੇ ਬਣਦੇ ਨੇ। ਕੋਈ ਧਿਰ ਦੇ ਉੱਤੇ ਮਨ ਤੇ ਅਸਰ ਆਉਂਦਾ ਹੋਵੇ ਤੇ ਅਸੀਂ ਉਤੋਂ ਮਾਫੀ ਮੰਗਦੇ ਹਾਂ, ਭਾਵੇਂ ਉਹ ਅਕਾਲੀਏ ਹੋਣ, ਕਾਂਗਰਸੀ ਹੋਣ, ਆਮ ਆਦਮੀ ਪਾਰਟੀ ਹੋਣ, ਭਾਵੇਂ ਕੋਈ ਵਿਅਕਤੀ ਵਿਸ਼ੇਸ਼ ਹੋਣ। ਲੇਕਿਨ ਸਾਡਾ ਇਹ ਕੰਮ ਹੈ ਕਿ ਅਸੀਂ ਸਟ੍ਰੇਟ ਫਾਰਵਰਡ ਉਹ ਸਾਰੇ ਸਵਾਲ ਲਈਏ ਜਿਹੜੇ ਲੈਣੇ ਬਣਦੇ ਆ। ਮਨਪ੍ਰੀਤ ਜੀ, ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।